राजे एक रिंग का रिजल्ट करते हैं, रिंग का ही है, सब रिंग फिर शुरू करते हैं। एग्जाम्पल 6 है, अप्रैल 2013 आई हुई है। एक मिनट, आ तो हो गई सी। आ एग्जाम्पल 6 अपने को की है, वो कहते एग्जाम्पल 6 लेट ए बी कम्यूटेटिव रिंग। एक कम्यूटेटिव रिंग है विद करैक्टरिस्टिक दी हुई है, ये दो आ, कहता शो करो ए प्लस बी द होल स्केयर इज इक्वल टू ए स्केयर बी स्केयर ए माइनस बी द होल स्केयर इज इक्वल टू ए स्केयर प्लस बी स्केयर। मैंने ना ये फार्मूले तो मोदी की याद आ रही है, एक उन्हें फार्मूला जो बोलिया सीगा यही सी वो, ए प्लस बी का होल स्केयर इंटू ब्रैकेट पता नहीं की करी जाता सी, ਉਹ ਸੇਮ ਚੀਜ਼ ਉਹੀ ਫਾਰਮੂਲਾ ਉਹੀ ਆ। ਉਹ ਕੁਝ 2AB ਬਾਰੇ ਬੋਲ ਰਿਹਾ ਸੀ, ਸੌਰੀ 2AB ਵਾਲੇ ਬੋਲ ਰਿਹਾ ਸੀ ਉਹ, ਵੀ ਐਕਸਟਰਾ ਆ ਜਾਂਦੀ ਹੁੰਦੀ ਆ, ਪਰ ਜਿਹੜੀ ਇਹ ਕਰੈਕਟਰਿਸਟਿਕ 2 ਆ ਤਾਂ ਉਹ 2AB ਨਹੀਂ ਆਉਂਦੀ। ਮਤਲਬ ਆਪਣਾ ਜਿਹੜਾ ਇੰਡੀਆ ਨਾ ਇਹ ਕਰੈਕਟਰਿਸਟਿਕ 2 ਵਾਲਾ, ਇਹਦੇ 'ਚ 2AB ਆਉਂਦੀ ਨਹੀਂ, ਅਤੇ ਮੋਦੀ ਨਜਾਇਜ਼ ਹੀ ਲਾਈ ਜਾਂਦਾ। ਚਲੋ ਇਹ ਫਾਰਮੂਲਾ 10th 'ਚ ਤੁਸੀਂ ਪੜ੍ਹਿਆ ਸੀ, ਪਰ ਉਹ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਸੀ। ਏ ਸਕੇਅਰ ਪਲੱਸ ਬੀ ਸਕੇਅਰ ਪਲੱਸ 2AB ਆਉਂਦਾ ਸੀਗਾ, ਪਰ ਇਹਦੇ 'ਚ ਨਹੀਂ ਆਉਂਦਾ। ਉਹ ਆਪਾਂ ਦੇਖਣਾ ਵੀ ਕਿੱਥੇ ਜਾਂਦਾ। ਅਤੇ ਇੱਕ ਆਰ ਆ ਜਿਹੜੀ ਕਮਿਊਟੇਟਿਵ ਰਿੰਗ ਆ, ਅਤੇ ਸਿੱਧੀ ਜਿਹੀ ਗੱਲ ਆ, ਏ ਪਲੱਸ ਬੀ ਦਾ ਹੋਲ ਸਕੇਅਰ ਇੱਥੋਂ ਸਟਾਰਟ ਕਰ ਲਿਆ। ਇਹ ਕੀ ਆਊਗਾ, ਏ ਪਲੱਸ ਬੀ। ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀਗਾ ਕਿ ਕਦੇ ਵੀ ਪ੍ਰੋਡਕਟ ਦਾ ਸਿੱਧੀ ਪ੍ਰੋਡਕਟ ਨਹੀਂ ਕਰਨੀ। ਏ ਨੂੰ ਏ ਨਾਲ ਕੀਤੀ ਏ ਸਕੇਅਰ ਆਊਗਾ, ਏ ਬੀ, ਫਿਰ ਇਹਨੂੰ ਬੀ ਨੂੰ ਏ ਨਾਲ ਕੀਤੀ ਬੀ ਏ, ਇਹ ਦੋਵੇਂ ਅੱਡ ਅੱਡ ਪਏ ਰਹਿਣਗੇ, ਫਿਰ ਬੀ ਸਕੇਅਰ। ਹੁਣ ਕਿਉਂਕਿ ਰਿੰਗ ਕਮਿਊਟੇਟਿਵ ਆ ਤਾਂ ਏ ਬੀ ਆ ਜਿਹੜਾ ਬੀ ਏ ਦੇ ਬਰਾਬਰ ਹੋਊ, ਸੋ ਬੀ ਏ ਦੀ ਜਗ੍ਹਾ 'ਤੇ ਮੈਂ ਏ ਬੀ ਲਿਖਤਾ ਅਤੇ ਇੱਥੇ ਬੀ ਸਕੇਅਰ ਪਤਾ, ਏ ਸਕੇਅਰ 2AB ਪਲੱਸ ਬੀ ਸਕੇਅਰ। ਹੁਣ ਦੇਖੋ ਇਹ 10th ਵਾਲਾ ਫਾਰਮੂਲਾ ਬਣ ਗਿਆ ਨਾ, ਇੱਥੇ 2AB ਆ ਗਿਆ, ਪਰ ਕਿਉਂਕਿ ਕਰੈਕਟਰਿਸਟਿਕ 2 ਆ, ਇਹਦਾ ਮਤਲਬ ਜਦੋਂ ਵੀ ਏ ਬੀ ਇੱਕ ਰਿੰਗ ਦਾ ਐਲੀਮੈਂਟ ਆ ਨਾ, ਏ ਰਿੰਗ ਦਾ ਐਲੀਮੈਂਟ ਆ, ਬੀ ਵੀ ਰਿੰਗ ਦਾ ਐਲੀਮੈਂਟ ਆ, ਏ ਬੀ ਆ ਜਿਹੜਾ ਉਹ ਕਿਹਦਾ ਐਲੀਮੈਂਟ ਹੋਊ, ਰਿੰਗ ਦਾ। ਤਾਂ ਰਿੰਗ ਦੇ ਹਰੇਕ ਐਲੀਮੈਂਟ ਅੱਗੇ ਜਦੋਂ 2 ਲੱਗੂਗਾ, ਕਰੈਕਟਰਿਸਟਿਕ ਲੱਗੂਗੀ, ਉਹ ਕੀ ਹੋ ਜਾਊਗਾ 0, ਠੀਕ ਆ, ਕਿਉਂਕਿ ਕਰੈਕਟਰਿਸਟਿਕ ਕੀ ਆ ਰਿੰਗ ਦੀ 2। ਇੱਥੇ ਰੀਜ਼ਨ ਪਾਤਾ, ਇੱਥੇ 0 ਲਿਖਤੀ, ਇੱਥੇ ਬੀ ਸਕੇਅਰ। ਸੋ ਆਪਣੇ ਕੋਲ ਬਚਿਆ ਕੀ, ਏ ਸਕੇਅਰ ਪਲੱਸ ਬੀ ਸਕੇਅਰ। ਸਿਮਿਲਰਲੀ ਦੂਸਰਾ ਪਾਰਟ ਆ ਜਿਹੜਾ ਉਹ ਆਪੇ ਕਰ ਲਿਓ, ਉਹ ਵੀ ਆਈ ਆ, ਏ ਸਕੇਅਰ ਬੀ ਸਕੇਅਰ ਆਊਗਾ, ਪਰ ਜਿਹੜਾ ਮਾਈਨਸ 2AB ਆਉਣਾ, ਕਿਉਂਕਿ 2 ਲੱਗਿਆ ਹੋਊਗਾ, ਉਹ -0 ਬਣ ਜਾਊਗਾ। -0 ਨੂੰ ਆਪਾਂ ਕੁਛ ਵੀ ਨਹੀਂ ਲਿਖਾਂਗੇ, ਕੱਟ ਦਾਂਗੇ। ਅਗਲੀ ਜਿਹੜੀ ਹੈ ਉਸ ਤੋਂ ਬਾਅਦ ਰਾਜੇ ਮੈਂ ਸਬ ਰਿੰਗ ਸਟਾਰਟ ਕਰਨ ਲੱਗਾ। ਹੁਣ ਸਬ ਰਿੰਗ ਕਰਨੀ ਆ ਤੁਸੀਂ, ਬਸ ਸਬ ਰਿੰਗ ਤੱਕ ਹੀ ਠੀਕ ਆ। ਉਸ ਤੋਂ ਬਾਅਦ ਆਪਾਂ ਰਹਿਣ ਦੇਣਾ, ਆਈਡਲ ਵਗੈਰਾ ਛੱਡ ਦਿਓ, ਆਪੇ ਜੇ ਕਰਨੇ ਤਾਂ ਕਰ ਲਿਓ, ਪਰ ਮੈਂ ਨਹੀਂ ਕਰਾਉਣੀ। ਸਬ ਰਿੰਗ ਸਟਾਰਟ ਕਰਨ ਲੱਗਾ ਮੈਂ। ਰਾਜੇ ਅਸਲ 'ਚ ਨਾ ਸਬ ਰਿੰਗ ਤੱਕ ਤੁਹਾਡਾ ਜਿਹੜੇ ਪਿਛਲੇ ਪੇਪਰ ਮੈਂ ਦੇਖੇ ਉਹਦੇ 'ਚ 24 ਨੰਬਰ ਤੱਕ ਦਾ ਪੇਪਰ ਹੋ ਜਾਂਦਾ। ਆਈ ਥਿੰਕ ਇਹਦੇ 'ਚੋਂ ਨਾ ਸਬ ਰਿੰਗ 'ਚੋਂ 5ਵਾਂ ਕੁਐਸਚਨ ਬਣ ਜਾਂਦਾ ਹੁੰਦਾ, ਨਹੀਂ 4 ਤਾਂ ਪਹਿਲੀ ਯੂਨਿਟ 'ਚ ਆ ਜਾਂਦੇ ਆ ਨਾ, ਪਹਿਲਾ ਦੂਜਾ ਤੀਜਾ ਚੌਥਾ ਪਹਿਲੀ ਯੂਨਿਟ। ਜਿਹੜਾ ਇਹ 5ਵਾਂ ਕੁਐਸਚਨ ਹੈ ਇਹ ਸਬ ਰਿੰਗ ਤੱਕ ਆ, ਜਿਹੜਾ ਇਹਦੇ 'ਚੋਂ ਬਣ ਜਾਂਦਾ ਹੁੰਦਾ। 6ਵਾਂ ਜਿਹੜਾ ਉਹ ਆਈਡਲ 'ਚੋਂ ਬਣਦਾ ਹੁੰਦਾ। ਤਾਂ ਇੱਥੋਂ ਤੱਕ ਤੁਹਾਡੇ ਕੋਲ 24 ਨੰਬਰ ਦਾ ਸਟੱਫ ਹੋ ਜਾਊਗਾ। ਇਸ ਤੋਂ ਬਾਅਦ ਰਾਜੇ ਜੇ ਕਰਨਾ ਉਹ ਤੁਸੀਂ ਆਪ ਦੇਖ ਲਿਓ। ਮੇਰੀ ਸਲਾਹ ਇਹ ਆ ਵੀ ਰਹਿਣ ਦਿਓ, ਕਿਉਂਕਿ ਜਦੋਂ ਪੇਪਰ ਆ ਗਏ, ਪੇਪਰਾਂ ਮੂਹਰੇ ਤੁਹਾਨੂੰ 2 ਛੁੱਟੀਆਂ ਦੇ ਦਿੱਤੀਆਂ ਉਹਨਾਂ ਨੇ ਜਾਂ 1 ਦੇਤੀ, ਉਹਦੇ 'ਚ ਤੁਹਾਡੇ ਇੰਨੀ ਰਿਵੀਜ਼ਨ ਨਹੀਂ ਹੋਣੀ ਗੀ, ਤਾਂ ਮੈਂ ਨਹੀਂ ਕਰਵਾਉਂਦਾ। ਸੋ ਸਬ ਰਿੰਗ ਕੀ ਹੁੰਦੀ ਆ, ਜ਼ਿਆਦਾਤਰ ਇਸ ਨਾਲ ਲਿਖਦੇ ਹੁੰਦੇ ਆ। ਆਰ ਰਿੰਗ ਆ, ਮੰਨ ਲਓ ਅੰਡਰ ਐਡੀਸ਼ਨ ਐਂਡ ਮਲਟੀਪਲੀਕੇਸ਼ਨ। ਐਸ ਸਭ ਤੋਂ ਪਹਿਲਾਂ ਆਰ ਦਾ ਸਬਸੈਟ ਹੋਊਗਾ, ਹੈ ਨਾ, ਇਜ਼ ਰਿੰਗ, ਇਹ ਰਿੰਗ ਆ। ਐਸ ਸਬਸੈਟ ਤਾਂ ਹੋਊਗਾ ਹੀ, ਪਰ ਐਸ ਕੀ ਹੋਊਗਾ ਖੁਦ, ਇਹਨਾਂ ਦੋ ਸੇਮ ਕੰਪੋਜੀਸ਼ਨ ਅੰਡਰ ਇਹ ਰਿੰਗ ਬਣੂਗਾ। ਸਿੱਧੀ ਜੀ ਗੱਲ ਆ, ਜਿਵੇਂ ਸਬ ਗਰੁੱਪ 'ਚ ਨਹੀਂ ਹੁੰਦਾ ਸੀ, ਸਬਸੈਟ ਹੋਵੇ ਆਪ ਗਰੁੱਪ ਹੋਵੇ, ਇੱਥੇ ਸਬਸੈਟ ਹੋਵੇ ਅਤੇ ਆਪ ਰਿੰਗ ਬਣੇ। ਸੋ ਇੱਦਾਂ ਆਪਾਂ ਸਬ ਰਿੰਗ ਨੂੰ ਡਿਫਾਈਨ ਕੀਤਾ ਹੋਇਆ। ਰਾਜੇ ਇੱਕ ਤਾਂ ਇਹ 0 ਆ ਜਿਹੜੀ, ਇਹ ਖੁਦ
आर दी एज सबसैट ये सब रिंग बनती है। उत्थे भी मैं तुहानूं कहा सी ना आइडेंटिटी है जिहड़ा ए की बनता हुंदा ग्रुप बनता हुंदा उवें ही जीरो तो सब रिंग होंदी है। उत्थे एक जी भी जी का सब ग्रुप हुंदा सी, इत्थे आर आ जिहड़ी आर दी सब रिंग हुंदी कोई है, क्योंकि इह 'च सोचण दी भी नहीं लोड़। जे मैं इत्थे आर लिखदा तो रिंग रहूगी ना, तो आर दी सबसैट तो है ही, तो वो सब रिंग भी हुंदी हुंदी है। जीरो भी जीरो चैक कर सकते हो तुसीं, अंडर एडिशन ये अबिलियन ग्रुप बनता, हाँ बनता, चैक करके देख लिओ। दो एलीमेंट ये चकोगे, किहड़ा चकोगे, जीरो तो जीरो जोड़ोगे तो जीरो आऊगा, क्लोजर होल्ड होगी, आइडेंटिटी किहड़ी है, जीरो ही है। जीरो का इनवर्स किहड़ा, वो खुद जीरो ही है। एसोसीएटिव प्रॉपर्टी होल्ड होनी ही आ देख लो। एसोसीएटिव प्रॉपर्टी तो जे रिंग च, क्योंकि ये सबसैट आ, तो ये एसोसीएटिव प्रॉपर्टी होल्ड होंदी है, तो सबसैट च होंदी कोई होंदी है, गल खत्म हो गई। सेम फिर आ गई कम्यूटेटिव प्रॉपर्टी, वड्डे च होल्ड होंदी है तो छोटे च होल्ड होगी, क्योंकि ये पार्ट आ, तो ये भी होल्ड होगी। तो सारिया प्रॉपर्टियां इहदियां होंदियां। सैमी ग्रुप अंडर मल्टीप्लीकेशन 100% होगा, जीरो नूं जीरो नाल मल्टीप्लाई करोगे जीरो ही बनूगा। तो एसोसीएटिव प्रॉपर्टी फिर उही गल मैं कह सकदा, अंडर मल्टीप्लीकेशन जदों आर च एसोसीएटिव प्रॉपर्टी होंदी है तो ये भी होगी। तो डिस्ट्रीब्यूटिव लॉ भी सीधी जी गल आ कि आर च जे कोई लॉ वड्डे च लॉ, क्योंकि लॉ आ ना जिहड़े एसोसीएटिव कम्यूटेटिव डिस्ट्रीब्यूटिव इन्हां च कुछ लभ के नहीं दिखाउंदे। जे ਇਹਦਾ सबसैट आ तो वड्डे च वो लॉ होल्ड हो रहे हैं तो छोटे च भी होणगे, क्योंकि ये भी ਇਹਦਾ पार्ट ही है। ठीक है, ये मैं कई बार एक्सप्लेन कर चुकिया। सो डिस्ट्रीब्यूटिव लॉ भी होल्ड हो गए। सो जीरो रिंग है जी, इनू ट्रीवियल सब रिंग कह देंगे, ट्रीवियल सब रिंग। ठीक है, पर आपां ये फार्मूला वरतना नहीं है इन्ना। राजे जे किसी लैक्चर की वीडियो च कोई प्रॉब्लम आई ना मैनू दस दिओ, ठीक है, क्योंकि मैनू लगता वो विजिबल ने जड़ियाँ मैं पहलां करवाइया हुई, तो फिर भी कोई प्रॉब्लम आई तो मैनू दस दिओ। राजे हुण ये कहते ना एक थ्योरम लैके आए हैं, ये थ्योरम 6.1.2। ये थ्योरम कैसी है, ये कहते हैं ना एस नू सब रिंग चैक करने वास्ते सारियां प्रॉपर्टियां जड़ियाँ 7-9 प्रॉपर्टियां चैक करने की लोड़ नहीं है। ये कहते सिर्फ 2 प्रॉपर्टियां ही बहुत आ। आर की दी हुई है बी एनी रिंग एंड एस आ जिहड़ा ये की है इज नॉन एम्पटी सबसैट, ये होना चाहिए नॉन एम्पटी सबसैट ऑफ आर, ये तो होना चाहिए। दैन प्रूव की करना, एस इज सब रिंग होगी इफ एंड ओनली इफ आर इज ना इफ एंड ओनली इफ सब रिंग ऑफ आर, इफ एंड ओनली इफ की होगा कोई भी 2 एलीमेंट लाओ ए बी चों, तो ए माइनस बी है जोड़ा वो एस च कंटेन कर जे, तो ए बी है जोड़ा वो प्रोडक्ट, ए एडिशन वास्ते है, ए मल्टीप्लीकेशन वास्ते। ठीक है, जानी कि ये 2 प्रॉपर्टियां होल्ड होनी चाहिए। 2 एलीमेंट का डिफरेंस एस च जाए, 2 एलीमेंट की प्रोडक्ट एस च जाए। प्रूफ सब तो पहला आप मान लिया लेट एस इज सब रिंग ऑफ आर, यदा मतलब एस अंडर एडिशन की होगा, अबिलियन ग्रुप होगा कि नहीं होगा, अबिलियन ग्रुप होगा, क्योंकि रिंग यदा मतलब एस आ जी सब रिंग होने करके एस इज रिंग तो हो ही गई ना, सब रिंग है तो रिंग भी होगी, यदा मतलब एस अबिलियन ग्रुप होगा। तो जे अबिलियन ग्रुप होगा, ग्रुप होने करके ए तो बी जे एलीमेंट मैं एस चो लाऊँगा, तो ए माइनस बी है जी एस च जाएंगे, तो इन्हों का सम आ जोड़ा वो भी एस च जाऊगा। क्यों जाऊगा, क्योंकि ग्रुप आ, क्लोजर प्रॉपर्टी। तो हो गया एक पहली प्रॉपर्टी तो प्रूफ होगी। दूसरी आलसो एस अंडर मल्टीप्लीकेशन की होगा इज सैमी ग्रुप। याद आ ना आप कितना टाइम तुहानूं मैं समझाया इस चीज़ कि रिंग होने करके ये एक तो अबिलियन ग्रुप होंदा, अंडर मल्टीप्लीकेशन सैमी ग्रुप होंदा। तो जे सैमी ग्रुप है तो मतलब कोई भी 2 एलीमेंट लाओगे क्लोजर प्रॉपर्टी तो होल्ड होगी ही। तो यदा मतलब की होया कि ए भी कोई भी एलीमेंट ले लो, दोहां का डिफरेंस पहला तो वो जाऊगा, फिर प्रोडक्ट वो एस च जाऊगी सब रिंग च। हुण कन्वर्स पार्ट, तो जो कन्वर्स पार्ट आ यही मेन पार्ट आ। कन्वर्स की है ये आप मान लिया फॉर ईच ए बी बिलोंग्स टू एस, ए माइनस बी बिलोंग्स टू एस, ए बी बिलोंग्स टू एस। ठीक है, ये चीज़ आप मान ली। प्रूव की करना, टू प्रूव एस इज सब रिंग
ऑफ आर। ये किवें शो करिए? देखो सब रिंग शो करने वास्ते पहला तो नॉन एम्पटी सबसैट का प्रूव करना पैंदा, वो तो दिता ही पिया इन्होंने क्लीयरली। एस जिहड़ा सबसैट भी हैगा, एस नॉन एम्पटी भी है, ये तो गिवन आ। ਇਹਦਾ मतलब बाकी की है, हुण इस नूं रिंग शो कर दो, ठीक है, रिंग शो करो टू प्रूव एस इज रिंग। किवें शो करिए राजे? एक चीज़ आ, एज अपने को दिता ए माइनस बी बिलोंग्स टू एस, ਇਹਦਾ मतलब की है फॉर ईच ए बी बिलोंग्स टू एस। राजे एक चीज़ है, जे यह कंपोजिशन एस की मल्टीप्लीकेशन च होंदी तो आप ये प्रॉपर्टी याद आ तुहानूं, ए बी इनवर्स बिलोंग्स टू एस फ्रॉम ए बी बिलोंग्स टू एस। अंडर मल्टीप्लीकेशन आप कह दें ना एस इज ए सब ग्रुप, किहदा सब ग्रुप? जिहदा यह सबसैट आ, सबसैट किहदा? आर दा। तो जे अंडर एडिशन यही प्रॉपर्टी होंदी तो इहनूं किवें लिखदा मैं? ए बी दा इनवर्स की हुंदा? माइनस बी। अंडर एडिशन यही बनना सी। सो जे ए माइनस बी बिलोंग्स टू एस करता है, मतलब ये सफिशेंट है कि सब ग्रुप शो हो रहा। सो इसका मतलब देयरफॉर क्लीयरली एस इज सब ग्रुप। इस प्रॉपर्टी तो ही सब ग्रुप ऑफ किहदा हो गया? आर। एज कम्यूटेटिव लॉ holds in R, therefore it holds in S। ਇਹਦਾ मतलब की हो गया? S is abelian सब ग्रुप। अंडर एडिशन की हो गया? abelian सब ग्रुप। लो एक बड़ा पार्ट हो गया सब ग्रुप ऑफ R। ਇਹਦਾ मतलब abelian सब ग्रुप आ, तो यह abelian ग्रुप तो हो गया राजे। abelian ग्रुप होने नाल ही S च पहलियां एडिशन वाली जिहड़ियां 5 प्रॉपर्टियां वो होल्ड हो गई। किहड़ियां रह गई हुण? 2 सैमी ग्रुप वालियां ते डिस्ट्रीब्यूटिव लॉ, ठीक है। हुण पहलां आपां गल करिए क्लोजर प्रॉपर्टी। राजे वो तो दिती है, आ वेखो तो बई क्लीयरली क्लोजर प्रॉपर्टी। राजे पहलियां 5 हो गई ना, ये तो ठीक है ना। देखो एबिलियन सब ग्रुप होने करके देखो वो क्लोजर भी होगी अंडर एडिशन, एसोसीएटिव भी होगी अंडर एडिशन, आइडेंटिटी अंडर एडिशन, इनवर्स अंडर एडिशन, तो कम्यूट करूगा अंडर एडिशन। पहलियां 5 यही सी, वो तो गई। हुण मैं ये पहलियां 5 हो गई, हुण जिहड़ी मल्टीप्लीकेशन दियां पहलियां 2 देखणियां चाहुंदा, तो पहली तो सीधी हो जाती है क्लोजर प्रॉपर्टी अंडर मल्टीप्लीकेशन की हो गया? होल्ड्स एज ए बी बिलोंग्स टू एस फॉर ईच ए बी बिलोंग्स टू एस। ये तो होल्ड ही हो जाती है। तो एसोसीएटिव प्रॉपर्टी क्यों होल्ड होगी? क्योंकि एस आर च होल्ड हो रही है। एज एस इज सबसेट ऑफ आर एंड एसोसिएटिव प्रॉपर्टी होल्ड्स इन आर, देयरफॉर इट होल्ड्स इन एस। एस च भी होगी। यदा मतलब एस की हो गया अंडर मल्टीप्लीकेशन सैमी ग्रुप भी बन गया। अच्छा एक 2 तो ये चीज़ां होंगे। हुण किहड़े रह गए? डिस्ट्रीब्यूटिव लॉ, वो भी सेम ही तरीके नाल एज लॉ आ ना। कुछ लॉ च कुछ लभ के थोड़ी दिखाना, जो वड्डे च होल्ड हुंदा छोटे च। देखो मैं कहना भी ये सारे एलीमेंट ये प्रॉपर्टी फॉलो करते हैं, भी ए बी प्लस ए सी, तो ये एलीमेंट भी तो ये फॉलो करनगे, क्योंकि ये एलीमेंट भी अल्टीमेटली तो वड्डे च ही पे आ, किहड़ा कुछ लभ के दिखाया। तो ये मतलब ऑल्सो एज एस इज अ सबसेट ऑफ आर एंड डिस्ट्रीब्यूटिव लॉज होल्ड्स इन आर, देयरफॉर दे होल्ड्स इन एस। क्यों नहीं होंगे? आर च क्यों हो रहे हैं? क्योंकि वो रिंग दी हुई है, मतलब एस च भी होंगे। इसका मतलब एस की होगी अंडर एडिशन ते मल्टीप्लीकेशन रिंग बन गई। हुण इस रिंग तो हैगी है, उत्तों एस की है सबसैट की दा? नॉन एम्पटी सबसैट आर दा। सो इसका मतलब की होगी? सब रिंग। इसका मतलब की हो गया? एस इज अ सब रिंग ऑफ आर। सो अगे तो आप सब रिंग शो करने वास्ते सिर्फ ये 2 प्रॉपर्टियां चैक करिया करनियां, फॉर ईच ए बी बिलोंग्स टू एस। जे दोवें होल्ड हो गई तो यह एस नॉन एम्पटी होया, तो मान लो एस नॉन एम्पटी है, वो प्रॉपर्टियां भी होल्ड होंदियां। हुण
एस जिहदा सबसैट बनी गया ਉਹਦੀ सबरिंग बनी जाऊगी। ये चीज़ तो अगे भी आप डिस्कस की है। देखो ये तो आर की गल ही नहीं हो रही, कितने ये आर की गल नहीं हो रही, इत्थे आर आया ना, जिहदा सबसैट बनी गया ਉਹਦੀ सबरिंग बनी जाना है। ये आर का सबसैट सी इत्थे इस क्वेश्चन च, सो ये आर का सबरिंग बन गई। जे R2 का होंदा तो R2 की बन जाना सी। ठीक है, चलो बस कंपोजिशन का थोड़ा जिहा ध्यान रखना पैंदा आपां नूं। वैसे तो यह फंडा चलता ही अपने को, ये जे ध्यान रखना पऊगा भी आर तो R2 जी नवीं रिंग लई आ उहदे च कंपोजिशन यही है सेम जिहड़ियां एस च। तो इन्ना ज़्यादा बरीकी नाल सोचण की लोड़ भी नहीं पैंदी। आ देखो हुण अगला 6.1.4 थ्योरम है। एक मिनट, सेंटर ऑफ रिंग, चलो इंटरसैक्शन ये की कह रहे हैं, इंटरसैक्शन ऑफ अ फैमिली ऑफ सबरिंग ऑफ अ रिंग आर इज अ सबरिंग। मतलब की है कि बहुत सारिया सबरिंग पईयां, उन्हां दी इंटरसैक्शन जे करिए ये कहते हैं तो वह भी सबरिंग बनती है। ठीक है, इत्थे सोल्यूशन च इन्होंने मान लिया लेट आर बी अ रिंग, ये रिंग मान ली। लेट S1 S2 S3 अप टू सोन SN बी SN इंटरसैक्शन ऑफ, वैसे आरबिट्रेरी फैमिली लिखनी चाहिए सी इन्होंने, इन्होंने करता लिया ये, कोई एडी गल तो है नहीं सी वैसे। चलो जिवें ये कहते उवें कर दिंने आ भाई, इत्थे मुकाउणा नहीं सी चाहिए इस चैनल ते, ऐ फाइन इन्फिनिटी तक चलन दो, की प्रॉब्लम है, कोई प्रॉब्लम नहीं है। सबरिंग ऑफ आर, ये सारिया सबरिंग्स मान लिया आप। हुण इन्हां दी इंटरसैक्शन आ ना, मान लो एस आ, किहड़ी होगी I1 तो N SI, सारिया दी इंटरसैक्शन एस मान लिया। प्रूव कर दो, टू प्रूव एस इज सबरिंग ऑफ आर। हुण सबरिंग शो करने वास्ते की करना पऊगा, एस नूं नॉन एम्पटी, वो तो होगा ही। फॉर ईच आई SI की है नॉन एम्पटी, ਇਹਦਾ मतलब की है, अच्छा ये जरूरी नहीं है वैसे, पता क्यों, सारे नॉन एम्पटी होणगे जरूरी नहीं है। जीरो फॉर ईच आई, जीरो है जिहड़ा SI नूं बिलोंग करदा, कोई भी आई ले चलो जीरो ਇਹਦੇ ਚ पक्का होगा। ਇਹਦਾ मतलब इन्हां दी इंटरसैक्शन है जिहड़ी ਉਹਦੇ ਚ भी जीरो होगा ही, ਇਹਦਾ मतलब S च की आ गया जीरो, तो पक्का ही है, तो ये की हो गया नॉन एम्पटी। आलसो हरेक SI है जिहड़ा वो R का सबसैट आ फॉर ईच आई, तो इन्हां दा फिर इंटरसैक्शन है जिहड़ी I1 तो N, वो की होगी, वो भी तो ये ही कंटेन होगी, क्योंकि वह सब तो छोटी है। क्योंकि जिहड़ी हरेक SI है ना इंटरसैक्शन इन्हां दी सारियां दी, ये किसी ना किसी सैट च S1 च भी आऊगी, S2 च भी आऊगी इंटरसैक्शन, S3 च भी आऊगी इंटरसैक्शन, सारियां च आउंदी हुंदी है, हरेक पार्ट दे हरेक दा हिस्सा। ए इंटरसैक्शन B है जिहड़ी, वो A च भी कंटेन हुंदी है, B च भी कंटेन हुंदी है ना, आपां कीता ना ये चीज़। सो ये S1 च भी कंटेन करूगी, S2 च भी कंटेन करूगी, S3 S4 SN च, पर आपां नूं एक ही बहुत आ। मान लो S1 च कंटेन करदी है, S1 अगे R च कंटेन करदी है, इसदा मतलब पूरी दी पूरी इंटरसैक्शन है जिहड़ी I1 तो SI किहदे चली गई, R च चली गई, इसदा मतलब S किहदे चली गई, R च चली गई। सो ये सबसैट तो हो गई नॉन एम्पटी सबसैट। हुण मेन काम करिए आपां, नाओ दो एलीमेंट ले लो, फॉर ईच A B बिलोंग्स टू S, प्रूव की करना हुण, टू प्रूव A माइनस B बिलोंग्स टू S ते A B दी प्रोडक्ट बिलोंग्स टू S। हुण A B है जिहड़ा S आ, ये की आ I1 तो N SI, ये बराबर ही है ना। इसदा मतलब A है जिहड़ा वो हरेक SI नूं बिलोंग करूगा, तो B भी हरेक SI नूं बिलोंग करूगा I1 तो अप टू सोन N। क्योंकि ये हरेक सबरिंग आ, इसदा मतलब A माइनस B है जिहड़ा वो SI नूं बिलोंग करूगा। आपां प्रूव कीता होया कि सबरिंग च ये चीज़ हुंदी है। फॉर ईच I इज इक्वल टू 1 2 3 अप टू सोन। एंड एक चीज़ होर आ भी A B दी प्रोडक्ट भी इहनूं बिलोंग करूगी, वो भी आपां सबरिंग की डेफिनेशन हुणे ही बनाई है जिहड़ी।
तो यदा मतलब जे हरेक SI चाहे दोवें एलीमेंट, यदा मतलब ये इन्हां सारिਆਂ ਦੀ इंटरसैक्शन च भी जाणगे, दोवें दे दोवें ही। तो यदा मतलब S ਨੂੰ बिलोंग करके A माइनस B, A भी बिलोंग करके S ਨੂੰ, यदा मतलब S की होगी सबरिंग ऑफ R। ठीक है, तो इंटरसैक्शन सबरिंग की सबरिंग ही होंगी है। लार्जेस्ट कंडेंट, चलो राजे चलो आ देखो इन्होंने शो किया अगे यूनीयन ऑफ टू सबरिंग मे नॉट बी सबरिंग, इन्हों की यूनीयन करके दिखाती राजे। आओ सेम प्रॉपर्टी है जी आप शो किया ना, यूनीयन ऑफ टू ग्रुप मे नॉट बी ग्रुप, जो सॉरी यूनीयन ऑफ टू सब ग्रुप मे नॉट बी सब ग्रुप, ਉਹੀ 2Z 3Z की यूनीयन पाती, 2 तो 3 ये एलीमेंट ले ले, जो जोड़े वो आ गया 5 तो यूनीयन फिर सबरिंग नहीं है। ठीक है, ये चीज़ आपे देख लियो। मैं थ्योरम 6.1.5 कराउन लगा। वधिया रिजल्ट आ प्रोडक्ट आ। ठीक है, ये कहते R1 एंड R2 आर बी टू रिंग्स, दो रिंग्स आए, एंड S1 एंड S2 आर की है सब रिंग्स, किदियां ऑफ R1 एंड R2 रिस्पैक्टिवली। मतलब ये सब रिंग आ, ये सब रिंग आ। टू प्रूव करना S1 क्रॉस S2 इज सबरिंग, की सबरिंग है R1 क्रॉस R2 दी। राजे एक चीज़ आ, कोई भी दो सबरिंग आ जड़ियाँ, मान लो A तो B दो सबरिंग आ, उन्हों की प्रोडक्ट किमें डिफाइन होंदी है। पहला एलीमेंट A चो ले लईदा, दूसरा एलीमेंट B चो ले लईदा, A दा एलीमेंट आ, B दा एलीमेंट। ठीक है, एडिशन आ जी वो किमें डिफाइन होंदी है, AB प्लस CD, A नूं C च जोड़ दईदा, सॉरी A प्लस C B प्लस D। ठीक है, तो मल्टीप्लीकेशन किमें डिफाइन होंदी है, ये A B तो C D की प्रोडक्ट किमें होगी, टू टपल की, पहले नूं पहले ना प्रोडक्ट, दूजे नूं दूजे ना प्रोडक्ट। देखो पहला एलीमेंट किहदा बनदा वो आप देख लेने। ये चीज़ नूं वरत के कंपोजिशन जी मैं इत्थे लिखी आ, इनू वरत के इन्हें 6.1.5 एग्जाम्पल की हुई है। कंपोजिशन इनू मैंशन करनी चाहिए सी, ओबवियसली मैंशन करनी चाहिए सी, पर जे नहीं की तो तुसीं अगे जदों जदों भी यह चीज़ पढ़ोगे तो ये चीज़ नूं मन के चलियो बई कंपोजिशन आई डिफाइन होंदी हुंदी है। अच्छा हुण की है, सब तो पहला नाउ प्रूफ च S1 गुणा S2 AB, A बिलोंग करता S1 नूं, B बिलोंग करता S2 नूं। ये अपने को सैट देता। पहला नॉन एम्प्टी, पहला इन्हूं सबसैट शो करो। सबसैट किवें शो करिए, R1 R2 च एलीमेंट किहे जे होणगे, R1 क्रॉस R2 च ये होणगे A B यह जे होणगे। A है जिहड़ा ये R1 नूं बिलोंग करता होगा, B है जिहड़ा R2 नूं बिलोंग करता होगा, यह जे होणगे एलीमेंट तो। पर एक चीज़ है राजे, ये एलीमेंट है जिहड़ा ये किधर है, S1 च जा रहा, S1 है जिहड़ा किहदे च जा रहा, R1 च। इहदा मतलब अल्टीमेटली ये पहला एलीमेंट आ। देखो ऐं करो, X Y ये चो एलीमेंट ले लिया S1 क्रॉस S2 चो, X है जिहड़ा S1 का एलीमेंट होगा, Y है जिहड़ा S2 का, S1 किहदे च कंटेन हो रही, R2 च, R1 च, यह R2 च। इहदा मतलब X किहदा एलीमेंट हो गया, R1 का, Y किहदा एलीमेंट हो गया, R2 का। जे इन्हां नूं मैं कॉमा पा के फिर लिखा तो पहला एलीमेंट किहदा R1 का, दूसरा किहदा R2 का। देखो एलीमेंट इहदे चों लिया सी, पहुँच इहदे च गया। इहदा मतलब S1 क्रॉस S2 है जिहड़ा ये सबसैट तो बन गया R1 क्रॉस R2 का। हुण एक मैनूं दसो भी ये नॉन एम्प्टी होऊगी, हाँ होऊगी 100%। 0 0 एलीमेंट ये होगा,
क्यों होगा? जीरो ਜਿਹੜਾ है ਇਹਦੀ एडिटिव आइडेंटिटी है क्योंकि S1 है जी सब रिंग आ, ये सब रिंग है, ये भी सब रिंग है। क्रॉस चैक कर रहे हैं भी क्रॉस सब रिंग बनती है कि नहीं बनती। जीरो जे ਇਹਦੀ एडिटिव आइडेंटिटी होगी क्योंकि सब रिंग है जी, रिंग तो होंगी है, तो जे रिंग होगी वो 9 प्रॉपर्टियां होल्ड होणगियां, एडिटिव आइडेंटिटी ये होगी। तो ये है जी ये आइडेंटिटी है राजे, दोवें अनइक्वल हो सकते हैं इत्थे, या तो इत्थे जीरो डैश पा लो भावें जे पाउणी दा। जीरो बिलोंग्स टू S1 इज एडिटिव आइडेंटिटी किहदी होगी? एडिटिव आइडेंटिटी S1 दी एंड R1 दी, दोवां दी सेम होगी क्योंकि ये दोवें अंडर एडिशन ग्रुप आ ना, तो ग्रुप की आइडेंटिटी सेम होंदी है, याद आ। जीरो डैश है जी वो की S1 इज एडिटिव आइडेंटिटी ऑफ S2 दी एंड R2 दी, ये चीज़ तो पक्का ही है। सो एलीमेंट है जोड़ा ये है, मतलब ये नॉन एम्पटी का हो गया। हुण दूसरी चीज़ की है, ये दो एलीमेंट लो, मैं की कीता एक्स एलीमेंट ले लिया S1 क्रॉस S2 चों, तो एक वाई ले लिया। एक्स एलीमेंट किहो जिहा होऊगा? A1 A2, A1 एलीमेंट आ जिहड़ा S1 नूं बिलोंग करदा होऊ, पहला ये S2 नूं बिलोंग करदा होऊगा। तो वाई एलीमेंट आ जिहड़ा ले लिया वो B1 B2 चों, B1 आ जिहड़ा वो किहदा एलीमेंट होऊगा? S1 दा, ते B2 किहदा एलीमेंट होऊगा? S2 दा। दोवां दा डिफरेंस कीता, डिफरेंस करन नाल की आउंदा? डिफरेंस मैं तुहानूं दस चुक्या भी किवें करीदा, जिवें जोड़ करीदा, पहले चों पहला घटा दो, दूसरे चों दूसरा घटा दो। राजे गौर नाल देखो, A1 एलीमेंट S1 का सी, B1 एलीमेंट S1 का, दोवां दा डिफरेंस किहदा एलीमेंट बनूगा? S1 का। A2 एलीमेंट S2 का सी, B2 एलीमेंट S2 का, यह मतलब दोवां दा डिफरेंस किहदा एलीमेंट बनूगा? S2 का। सो अल्टीमेटली X माइनस वाई है जिहड़ा S1 S2 च चला गया। हुण गल करो प्रोडक्ट की, दोवां दी प्रोडक्ट की A1 A2 B1 B2, इत्थे कोमा पाया। प्रोडक्ट किवें हुंदी है? पहले नूं पहले नाल प्रोडक्ट A1 B1, दूजे नूं दूजे नाल। राजे A1 एलीमेंट तो B1 S1 के एलीमेंट सी, सो प्रोडक्ट करन दे बाद किहदे बन गए? S1 के। A2 B2 S2 दे सी, प्रोडक्ट करन दे बाद S2 दे। सो XY बिलोंग किहनूं कर गया? S1 गुणा S2 नूं। सो इहदा मतलब की है, कोई भी दो एलीमेंट लै सकते हो तुसीं, फॉर ईच पा दो इत्थे, कोई भी दो एलीमेंट लै सकते हो तुसीं। सो इहदा मतलब की हो गया? दोवें प्रॉपर्टियां हो गई, डिफरेंस भी, प्रोडक्ट भी बिलोंग करता इहनूं, इहदा मतलब ये सब रिंग होगी। किहड़ी थ्योरम कहती है जिहड़ी आपां अज प्रूव कीती है? इज सब रिंग ऑफ R1 एंड R2। अज शुरू होण सार जिहड़ी थ्योरम प्रूव की है कि एलीमेंट का जस्ट डिफरेंस देख लो, डिफरेंस देखने तो बाद उसकी प्रोडक्ट देख लो, जे वो बिलोंग करती है तो ठीक है, इन्ना ही बहुत है। उस तो बाद आपां गल करिए सेंटर की। सेंटर याद है की हुंदा सी? सेंटर ऑफ रिंग ये उही है जिहड़ा ग्रुप का आपां चैक करते हुंदे सी। सेम ए रिंग का एलीमेंट होऊगा, यह रिंग दे ही हरेक एलीमेंट नाल कम्यूट करदा, पर अंडर मल्टीप्लिकेशन। इत्थे लिख भी दिना, ग्रुप च तो यह चीज़ ते ध्यान ही नहीं देना पैंदा ना, उत्थे तो एक ही कंपोजिशन हुंदी है। इत्थे हुण तुसीं कहोगे सर एडिशन वाला लाउणा सीगा, ते राजे एडिशन वाली रिंग की पंजवीं प्रॉपर्टी की कहंदी है? पहली क्लोजर, फिर एसोसीएटिव, आइडेंटिटी, इनवर्स, पंजवीं कम्यूटेटिव प्रॉपर्टी है ना। कम्यूटेटिव प्रॉपर्टी अंडर एडिशन तो होल्ड होंदी ही है, फिर तो यह मतलब रिंग के सारे एलीमेंट ही ये आ जाएंगे, सारे ही इस कंडीशन को सैटिस्फाई करते हैं। प्रॉब्लम आती है अंडर मल्टीप्लिकेशन, जिहड़ी चीज़ हमेशा नहीं होंदी ना, आपां उधर जाना। सो इनू ये जिहड़े भी एलीमेंट जिहड़े एक दूजे नाल रिंग के एलीमेंट कम्यूट करते हैं अंडर मल्टीप्लिकेशन, उन्होंने आपां कह दिंदे आ सेंटर ऑफ रिंग, सेंटर ऑफ आर। हुण इन्हां ने जिहड़ा थ्योरम जिहड़े वास्ते ये सारा कुछ कर रहे हैं, वो की है? एक मिनट, थ्योरम च इन्हें क्या कि प्रूव दैट, टू प्रूव सेंटर ऑफ आर इज सब रिंग, ये कहता सब रिंग ऑफ आर होंदी है। राजे शो करो किहड़ा एलीमेंट पक्का ही ये आऊगा? जीरो। क्यों? क्योंकि जीरो है जिहड़ा वो इधर भी प्रोडक्ट कर लो जीरो आऊगा, इधर भी प्रोडक्ट कर लो जीरो आऊगा,
ਇਹਦਾ ਮਤਲਬ 0x ਇਜ਼ ਇਕੁਅਲ ਟੂ x0 ਹੋ ਜਾਊਗਾ ਫॉर ਈਚ x ਬਿਲੋਂਗਸ ਟੂ R। ਇਹਦਾ ਮਤਲਬ ਹਰੇਕ ਐਲੀਮੈਂਟ ਨਾਲ 0 ਕਮਿਊਟ ਕਰ ਰਿਹਾ, ਇਹਦਾ ਮਤਲਬ 0 ਹੈ ਜਿਹੜਾ ਸੈਂਟਰ ਆਫ R 'ਚ ਜਾਊਗਾ ਜੀ 100%। ਠੀਕ ਹੈ, ਹੁਣ ਦੋ ਐਲੀਮੈਂਟ ਲੈ ਲਏ A B ਬਿਲੋਂਗਸ ਟੂ C ਆਫ R। ਇਹ ਕੰਡੀਸ਼ਨ ਨੂੰ ਸੈਟਿਸਫਾਈ ਕਰਨਗੇ। ਪ੍ਰੂਵ ਕੀ ਕਰਨਾ ਆਪਾਂ, A ਮਾਈਨਸ B ਹੈ ਜਿਹੜਾ ਉਹ ਵੀ ਇਹਦੇ 'ਚ ਜਾਵੇ ਅਤੇ A B ਦੀ ਪ੍ਰੋਡਕਟ ਆ ਜਿਹੜੀ ਉਹ ਵੀ ਇਹਦੇ 'ਚ ਆਵੇ। ਕਿਵੇਂ ਸ਼ੋਅ ਕਰੀਏ ਹੁਣ, A B ਐਲੀਮੈਂਟ ਕਿਹਦੇ ਆ, ਇਹਦੇ। ਇਹ ਕੰਡੀਸ਼ਨ ਨੂੰ ਸੈਟਿਸਫਾਈ ਕਰਦੇ ਹੋਣਗੇ। ਸੋ AX ਫॉर ਈਚ x ਬਿਲੋਂਗਸ ਟੂ R ਹੋਊਗਾ 100%, ਅਤੇ BX ਇਜ਼ ਇਕੁਅਲ ਟੂ XB ਫॉर ਈਚ x ਬਿਲੋਂਗਸ ਟੂ R ਹੋਊਗਾ। ਰਾਜੇ ਹੁਣ ਇੱਕ ਚੀਜ਼ ਦੇਖਣੀ ਆ, ਮੈਂ x ਨਾਲ ਆਹ ਐਲੀਮੈਂਟ ਲਾ ਲਿਆ x A ਮਾਈਨਸ B। ਹੁਣ x ਨੂੰ ਦੂਜੇ ਪਾਸੇ ਲੈ ਜਾਣਾ ਆਪਾਂ, ਜੇ ਪਹੁੰਚ ਗਿਆ ਤਾਂ ਠੀਕ ਆ। ਰਾਜੇ ਇਹ ਮੈਂ ਅੰਦਰ ਲਿਜਾ ਸਕਦਾ x ਆਏ, ਡਿਸਟਰੀਬਿਊਟਿਵ ਲਾਅ ਹੋਲਡ ਹੁੰਦਾ, ਹਾਂ ਲਿਜਾ ਸਕਦਾ। ਤੁਸੀਂ ਕਹੋਗੇ ਉੱਥੇ ਐਡੀਸ਼ਨ ਹੁੰਦੀ ਆ, ਮੈਂ ਕਹੂੰਗਾ ਇਹਨੂੰ ਐਂ ਲਿਖ ਸਕਦੇ ਹਾਂ A ਪਲੱਸ ਮਾਈਨਸ B। ਦੇਖੋ ਆ ਗਈ ਐਡੀਸ਼ਨ। ਅਗਲੇ ਸਟੈਪ 'ਚ XA ਆ ਜਾਊਗਾ, ਇੱਥੇ x ਮਾਈਨਸ B। ਅਤੇ ਜਿਹੜੀਆਂ ਰਿੰਗ ਦੀਆਂ ਪ੍ਰੋਪਰਟੀਆਂ ਨਾ ਉਹਨਾਂ ਚੈੱਕ ਕਰ ਲਿਓ, ਐਂ ਜਿਹੜੀ ਮਾਈਨਸ ਹੈ ਇਹ ਬਾਹਰ ਨਿਕਲ ਜਾਂਦੀ ਹੁੰਦੀ ਹੈ XB। ਠੀਕ ਹੈ, ਸਵੇਰੇ ਇਹੀ ਮਾਈਨਸ ਹੈ ਜਿਹੜੀ ਬਾਹਰ ਨਿਕਲ ਜਾਂਦੀ ਹੁੰਦੀ ਹੈ, ਉਹ ਮੈਂ ਅੱਜ ਹੀ ਭੇਜ ਦੂੰਗਾ ਰਿਕਾਰਡਿੰਗ ਕਰਕੇ, ਨਾਲ ਹੀ ਪ੍ਰੋਪਰਟੀਆਂ ਵੀ ਪਾ ਦੂੰਗਾ। ਐਂਡ 'ਤੇ ਦੇਖ ਲਿਓ ਉਹ ਪ੍ਰੋਪਰਟੀਆਂ, ਹੁਣ ਚੱਲਣ ਦੋ ਕੰਮ। XA ਅਤੇ XA ਕਿਹਦੇ ਬਰਾਬਰ ਆ ਪਿਆ AX, ਅਤੇ ਇੱਧਰ XB BX ਦੇ ਬਰਾਬਰ। ਹੁਣ ਡਿਸਟਰੀਬਿਊਟਿਵ ਲਾਅ ਫਿਰ ਵਰਤੋ, A ਮਾਈਨਸ B ਬਾਹਰ ਰੱਖ ਲਓ, X ਨੂੰ ਉੱਧਰ ਲੈ ਜਾਓ। ਸੋ ਦੇਖੋ A ਮਾਈਨਸ B ਹੈ ਜਿਹੜਾ ਕਮਿਊਟ ਕਰ ਗਿਆ ਹਰੇਕ x ਨਾਲ, ਕੋਈ ਵੀ x ਲੈ ਸਕਦੇ ਆ ਇੱਥੇ। ਸੋ A ਮਾਈਨਸ B ਤਾਂ ਜਿਹੜਾ ਚਲਾ ਗਿਆ ਉਹਦੇ 'ਚ। ਹੁਣ ਪ੍ਰੋਡਕਟ ਦੀ ਗੱਲ ਆ ਜਾਓ, ਪ੍ਰੋਡਕਟ ਕਿਹੜਾ ਔਖਾ ਵਾ। A B ਇੱਧਰ x ਲਾ ਲਿਆ ਰਾਜੇ, ਅਗਲੇ ਸਟੈਪ 'ਚ ਮੈਂ ਆਈ ਲਿਖ ਸਕਦਾ A B X ਐਸੋਸੀਏਟਿਵ ਪ੍ਰੋਪਰਟੀ ਅੰਡਰ ਮਲਟੀਪਲੀਕੇਸ਼ਨ ਰਿੰਗ 'ਚ ਹੋਲਡ ਹੁੰਦੀ ਆ ਨਾ। ਸੋ ਇਹਦਾ ਮਤਲਬ A B X ਐਲੀਮੈਂਟ ਤਾਂ ਅਲਟੀਮੇਟਲੀ A ਆ ਜਿਹੜਾ ਇਹਦੇ 'ਚੋਂ ਲਿਆ, ਅਤੇ ਇਹਦੇ ਐਲੀਮੈਂਟ ਤਾਂ ਸਾਰੇ ਰਿੰਗ ਦੇ ਹੀ ਆ। ਸੋ A B ਜੋ ਐਲੀਮੈਂਟ ਦੇ ਰਿੰਗ ਦੇ ਹੈ, ਸੋ ਰਿੰਗ 'ਚ ਐਸੋਸੀਏਟਿਵ ਪ੍ਰੋਪਰਟੀ ਹੋਲਡ ਹੋ ਰਹੀ ਹੈ। ਤੋ ਇਹਦਾ ਮਤਲਬ ਇਹਨੂੰ ਮੈਂ ਅੱਗੇ ਪਿੱਛੇ ਕਰ ਸਕਦਾ। ਹੁਣ A B X ਦੀ ਜਗ੍ਹਾ 'ਤੇ ਮੈਂ X ਵੀ ਲਿਖ ਸਕਦਾ ਆਹ ਦੇਖੋ B X ਦੀ ਜਗ੍ਹਾ XB। ਅਗਲੇ ਸਟੈਪ 'ਚ A X 'ਤੇ ਅੱਗੇ ਬ੍ਰੈਕਟ ਪਾ ਸਕਦਾ ਕਿਉਂਕਿ ਐਸੋਸੀਏਟਿਵ ਪ੍ਰੋਪਰਟੀ ਹੈ, ਬ੍ਰੈਕਟ ਅੱਗੇ ਪਿੱਛੇ ਕਰ ਸਕਦੇ ਹਾਂ। ਹੁਣ A X ਦੀ ਜਗ੍ਹਾ 'ਤੇ ਮੈਂ AX ਦੀ ਜਗ੍ਹਾ 'ਤੇ XA ਲਿਖ ਸਕਦਾ, ਲਿਖ ਲਿਆ, ਹਾਂ ਲਿਖ ਸਕਦਾ। ਹੁਣ ਬ੍ਰੈਕਟ ਪਿੱਛੇ ਕਰ ਸਕਦਾ AB। ਦੇਖੋ x ਇੱਧਰ ਸੀ, ਇੱਥੇ ਮੂਹਰੇ ਆ ਗਿਆ ਫॉर ਈਚ x ਬਿਲੋਂਗਸ ਟੂ R। ਇਹਦਾ ਮਤਲਬ AB ਵੀ ਕਮਿਊਟ ਕਰ ਰਿਹਾ ਹਰੇਕ x ਨਾਲ, ਹਰੇਕ ਐਲੀਮੈਂਟ ਨਾਲ। ਸੋ AB ਹੈ ਜਿਹੜਾ ਇਹ ਵੀ ਇਹਦੇ 'ਚ ਚਲਾ ਗਿਆ। ਦੇਖੋ ਪ੍ਰੋਡਕਟ ਵੀ ਚਲੀ ਗਈ, ਡਿਫਰੈਂਸ ਵੀ ਚਲਾ ਗਿਆ, ਇਹਦਾ ਮਤਲਬ ਇਹ ਸਬ ਰਿੰਗ ਹੋ ਗਿਆ। ਅੱਗੇ ਚੱਲੋ, ਥਿਊਰਮ 6.1.9। ਥਿਊਰਮ 6.1.9 ਕੀ ਹੈ ਇਹ ਰਾਜੇ? ਡਿਵੀਜ਼ਨ ਰਿੰਗ ਹੈ ਜਿਹੜੀ, ਜੇ ਤੁਹਾਨੂੰ ਯਾਦ ਆ ਮੈਨੂੰ ਦੱਸੋ। 6.1.9 ਥਿਊਰਮ, ਲੈਟ R be a division ring। ਹੈ ਨਾ, ਐਂਡ ਡਿਵੀਜ਼ਨ ਰਿੰਗ ਕਿਹੜੀ ਹੁੰਦੀ ਸੀਗੀ? ਜਿਹਦੇ 'ਚ ਸਾਰੀਆਂ ਪ੍ਰੋਪਰਟੀਆਂ ਹੋਲਡ ਹੁੰਦੀਆਂ ਸੀ, ਇਕੱਲੀ ਕਮਿਊਟੇਟਿਵ ਪ੍ਰੋਪਰਟੀ ਅੰਡਰ ਮਲਟੀਪਲੀਕੇਸ਼ਨ ਨਹੀਂ ਸੀ ਹੋਲਡ ਹੁੰਦੀ। ਯਾਦ ਕਰੋ, ਕਿਉਂਕਿ ਕਮਿਊਟੇਟਿਵ ਪ੍ਰੋਪਰਟੀ ਜਦੋਂ ਅੰਡਰ ਮਲਟੀਪਲੀਕੇਸ਼ਨ ਹੋਲਡ ਹੋ ਗਈ ਤਾਂ ਉਹ ਕੀ ਬਣ ਜਾਂਦਾ? ਫੀਲਡ ਬਣ ਜਾਂਦੀ ਸੀ। ਇਹਦਾ ਮਤਲਬ ਫੀਲਡ ਹੈ ਜਿਹੜੀ ਬਹੁਤ ਵਧੀਆ ਚੀਜ਼ ਹੁੰਦੀ ਹੈ, ਉਹਦੇ 'ਚ ਸਾਰੀਆਂ ਪ੍ਰੋਪਰਟੀਆਂ ਹੋਲਡ ਹੁੰਦੀਆਂ, ਜਿੰਨੀਆਂ ਵੀ ਦਿੰਦੀਆਂ ਆਪਾਂ ਨੂੰ ਪੇਜ 'ਤੇ 12, ਜਿੰਨੀਆਂ ਵੀ 12 ਹੁੰਦੀਆਂ, ਆਈ ਥਿੰਕ ਕਾਲ 12 ਦੀਆਂ 12 ਪ੍ਰੋਪਰਟੀਆਂ ਫੀਲਡ 'ਚ ਹੁੰਦੀਆਂ। ਜਿਹੜੀ ਡਿਵੀਜ਼ਨ ਰਿੰਗ ਹੁੰਦੀ ਹੈ ਫੀਲਡ ਤੋਂ ਥੋੜ੍ਹੀ ਜਿਹੀ ਮਾੜੀ ਹੁੰਦੀ ਹੈ, ਇਹਦੇ 'ਚ ਇਕੱਲੀ ਕਮਿਊਟੇਟਿਵ ਪ੍ਰੋਪਰਟੀ ਨਹੀਂ ਹੋਲਡ ਹੁੰਦੀ, ਬਾਕੀ ਸਾਰੀਆਂ ਹੋਲਡ ਹੁੰਦੀਆਂ। ਮਲਟੀਪਲੀਕੇਸ਼ਨ ਦੀਆਂ ਸਾਰੀਆਂ, ਐਡੀਸ਼ਨ ਦੀਆਂ ਸਾਰੀਆਂ, ਡਿਸਟਰੀਬਿਊਟਿਵ ਲਾ। ਡਿਵੀਜ਼ਨ ਰਿੰਗ 'ਚ ਕਮਿਊਟੇਟਿਵ ਪ੍ਰੋਪਰਟੀ ਹੋਲਡ ਨਹੀਂ ਹੁੰਦੀ, ਫੀਲਡ 'ਚ ਉਹ ਵੀ ਹੁੰਦੀ ਹੈ। ਸੋ ਆਰ ਆ ਜਿਹੜੀ ਡਿਵੀਜ਼ਨ ਰਿੰਗ ਹੈ, ਇਹਦੇ ਮਤਲਬ ਇਹਦੇ 'ਚ ਕਮਿਊਟੇਟਿਵ ਪ੍ਰੋਪਰਟੀ ਹੋਲਡ ਨਹੀਂ ਹੁੰਦੀ। ਇਹ ਕਹਿੰਦਾ ਪ੍ਰੂਵ ਕਰੋ ਜਿਹੜਾ CR ਆ ਉਹ ਕੀ ਹੈ? ਇਜ਼ ਅ ਫੀਲਡ। ਹੁਣ ਦੇਖੋ ਰਾਜੇ, CR 'ਚ ਕਮਿਊਟੇਟਿਵ ਪ੍ਰੋਪਰਟੀ ਹੋਲਡ ਹੁੰਦੀ ਆ ਨਾ। CR ਨੂੰ ਤਾਂ ਚੁਣੇ ਇਸ ਤਰੀਕੇ ਨਾਲ ਜਾਂਦਾ ਵੀ ਐਲੀਮੈਂਟ ਕਮਿਊਟ ਕਰਨ, ਇਹਦੇ 'ਚ ਕਮਿਊਟ ਨਹੀਂ ਕਰ ਰਹੇ ਸੀ, ਬਾਕੀ ਸਾਰਾ ਕੁਛ ਹੋਲਡ ਹੋ ਰਿਹਾ। ਇਹਦੇ 'ਚ ਵੀ ਇਹਦੇ ਤੋਂ ਬਾਕੀ ਸਾਰਾ ਕੁਛ ਆ ਜਾਣਾ। ਪਿਓ ਦੀ ਪ੍ਰੋਪਰਟੀ ਪੁੱਤ ਨੂੰ ਮਿਲਣੀ ਹੋਈ ਆ, ਸੋ ਇਹਦਾ ਸਾਰਾ ਕੁਛ ਇਹਨੂੰ ਮਿਲ ਜਾਣਾ। ਪਰ ਕਮਿਊਟੇਟਿਵ ਪ੍ਰੋਪਰਟੀ ਇਹਨੇ ਆਪ ਕਮਾ ਲੈਣੀ ਆ। ਠੀਕ ਆ,
सो ਉਹਨੇ ਇਹਨੂੰ ਫੀਲਡ ਬਣਾ ਦੇਣਾ। ਪ੍ਰੂਫ ਕਰੋ। ਇੰਨਾ ਸੌਖਾ ਪ੍ਰੂਫ ਨਹੀਂ ਜਿੰਨਾ ਮੈਂ ਬੋਲ ਕੇ ਕਹਿਤਾ। ਸਿੰਸ ਕਲੀਅਰਲੀ ਸੀ ਆਰ ਜਿਹੜਾ ਐਲੀਮੈਂਟ ਕਿਹੋ ਜਿਹੇ ਹੁੰਦੇ ਪਹਿਲਾਂ ਤਾਂ ਇਹ ਦੱਸੋ। ਇਹਦੇ ਸਾਰੇ ਐਲੀਮੈਂਟ ਆ ਜਿਹੜੇ ਉਹ ਚੁਣੇ ਜਾਂਦੇ ਆ ਜਿਹੜੇ ਰਿੰਗ ਦੇ ਹਰੇਕ ਐਲੀਮੈਂਟ ਨਾਲ ਕਮਿਊਟ ਕਰਦੇ ਆ। ਇਹਦੇ 'ਚ ਉਹ ਐਲੀਮੈਂਟ ਹੁੰਦੇ ਆ। ਅਤੇ ਰਾਜੇ ਜੇ ਮੈਂ ਕਹਾਂ ਵੀ ਇਹਦੇ 2 ਐਲੀਮੈਂਟ ਚੱਕੋ, ਤੁਸੀਂ ਲੈ ਲਿਆ ਇੱਥੇ ਇਹ ਪ੍ਰੂਫ 'ਚ ਨਹੀਂ ਹੈਗਾ। ਮੰਨ ਲਓ XY ਐਲੀਮੈਂਟ ਲੈ ਲਏ CR ਦੇ। ਮੈਂ ਤੁਹਾਨੂੰ ਕਹਿੰਦਾ ਕਿ ਮੈਂ ਲਿਖ ਸਕਦਾ XY = YX ਲਿਖ ਸਕਦਾ ਐ। ਕਮਿਊਟ ਕਰਨਗੇ ਇਹਦੇ 2 ਐਲੀਮੈਂਟ? ਹਾਂ ਕਰਨਗੇ। ਕਿਉਂਕਿ ਮੰਨ ਲਓ X ਇਹਦਾ ਐਲੀਮੈਂਟ ਆ CR ਦਾ, ਅਤੇ Y ਆ ਜਿਹੜਾ ਉਹ CR ਦਾ ਐਲੀਮੈਂਟ ਆ। ਪਰ ਕਿਉਂਕਿ ਇਹ R 'ਚ ਹੀ ਕੰਟੇਨ ਹੁੰਦੀ ਹੈ, ਸੋ Y ਐਲੀਮੈਂਟ ਕਿਹਦਾ ਹੋ ਗਿਆ? R ਦਾ, ਰਿੰਗ ਦਾ। ਸੋ X ਆ ਜਿਹੜਾ CR ਦਾ ਐਲੀਮੈਂਟ ਆ, Y ਆ ਜਿਹੜਾ ਉਹ R ਦਾ ਐਲੀਮੈਂਟ ਆ, ਅਤੇ XY ਨਾਲ ਕਮਿਊਟ ਕਰੂਗਾ ਕਿਉਂਕਿ ਇਹਦੇ 'ਚ ਉਹੀ ਐਲੀਮੈਂਟ ਆ ਜਿਹੜੇ ਰਿੰਗ ਦੇ ਹਰੇਕ ਐਲੀਮੈਂਟ ਨਾਲ ਕਮਿਊਟ ਕਰਦੇ ਆ। ਫਿਰ Y ਵੀ ਰਿੰਗ ਦਾ ਐਲੀਮੈਂਟ ਆ, ਉਹਦੇ ਨਾਲ ਕਮਿਊਟ ਕਰੂਗਾ। ਸੋ ਅਲਟੀਮੇਟਲੀ ਆਪਾਂ ਕਿੱਥੇ ਪਹੁੰਚੇ ਕਿ ਇਹਦੇ 2 ਐਲੀਮੈਂਟ ਜੇ ਤੁਸੀਂ ਚੱਕਦੇ ਹੋ ਇੱਕ ਦੂਜੇ ਨਾਲ ਕਮਿਊਟ ਕਰਦੇ ਆ। ਇਹਦਾ ਮਤਲਬ ਕਮਿਊਟੇਟਿਵ ਪ੍ਰੋਪਰਟੀ CR 'ਚ ਹੋਲਡ ਹੁੰਦੀ ਆ। ਸੋ ਇੱਥੇ ਇੱਕ ਚੀਜ਼ ਲਿਖੋ, ਇੱਥੇ ਆਪਾਂ ਸ਼ੁਰੂ ਕਰਦੇ ਹਾਂ ਪ੍ਰੂਫ। ਇਹਨੂੰ ਭੁੱਲ ਜਾਓ ਹੁਣ। ਪ੍ਰੂਫ ਕਲੀਅਰਲੀ CR ਜਿਹੜੀ ਹੈ ਇਜ਼ ਅ ਸਬ ਰਿੰਗ। ਆਪਾਂ ਹੁਣੇ ਹੀ ਸ਼ੋਅ ਕਰਕੇ ਹਟੇ ਹਾਂ ਵੀ ਇਹ ਸਬ ਰਿੰਗ ਆਫ R ਤਾਂ ਹੋਊਗੀ ਹੀ। ਠੀਕ ਆ। ਪਰ ਕਿਉਂਕਿ ਇਹਦੇ 'ਚ ਕਮਿਊਟੇਟਿਵ ਪ੍ਰੋਪਰਟੀ ਪ੍ਰੂਵ ਹੁੰਦੀ ਹੈ, ਇਹਦਾ ਮਤਲਬ ਮੈਂ ਇਹਨੂੰ ਕਹੂੰਗਾ ਬਈ CR ਕੀ ਆ? ਕਮਿਊਟੇਟਿਵ ਸਬ ਰਿੰਗ ਆ R ਦੀ। R ਭਾਵੇਂ ਕਮਿਊਟੇਟਿਵ ਨਾ ਹੋਵੇ ਪਰ CR ਹੈਗੀ ਆ। ਜੇ R ਕਮਿਊਟੇਟਿਵ ਹੋ ਜੇ ਤੇ ਆਪਾਂ ਰਿਜ਼ਲਟ ਕੀਤਾ ਸੀ ਨਾ, ਸੈਂਟਰ ਆਫ G ਜਿਹੜਾ ਉਹ G ਦੇ ਬਰਾਬਰ ਬਣ ਜਾਂਦਾ ਹੁੰਦਾ ਜੇ G ਅਬੀਲੀਅਨ ਹੋਵੇ। ਅਤੇ ਇੱਥੇ ਵੀ ਜੇ R ਅਬੀਲੀਅਨ ਹੋਵੇ, ਮਤਲਬ ਕਮਿਊਟੇਟਿਵ ਪ੍ਰੋਪਰਟੀ ਹੋਲਡ ਹੋਵੇ, R ਨੂੰ ਅਬੀਲੀਅਨ ਨਹੀਂ ਕਹਿੰਦੇ ਇੱਥੇ, ਕਮਿਊਟੇਟਿਵ ਹੀ ਕਹਿੰਦੇ ਆ, ਦੈਨ CR R ਦੇ ਬਰਾਬਰ ਨਾ ਹੋ ਜੂ। ਇਹਦੇ ਸਾਰੇ ਐਲੀਮੈਂਟ ਕਮਿਊਟ ਕਰੀ ਜਾਂਦੇ ਆ, ਫਿਰ ਉਹ ਸਾਰੇ ਹੀ ਇਹਦੇ 'ਚ ਚੁਣੇ ਜਾਣਗੇ, ਤਾਂ CR = R ਨਾ ਹੋ ਜੂ। ਤਾਂ ਉਹ ਚੀਜ਼ ਤਾਂ ਇੱਥੇ ਹੈ ਹੀ ਨਹੀਂ, ਇਹਨਾਂ ਨੇ ਦਿੱਤੀ ਹੀ ਨਹੀਂ ਹੋਈ। ਫਿਰ ਤਾਂ ਕੁਛ ਸ਼ੋਅ ਕਰਨ ਦਾ ਮਤਲਬ ਹੀ ਨਹੀਂ ਬਣਦਾ। ਫਿਰ ਤਾਂ R ਹੀ ਡਿਵੀਜ਼ਨ ਰਿੰਗ ਪਹਿਲਾਂ ਦਿੱਤੀ ਸੀ ਕਿਉਂਕਿ R ਕਮਿਊਟੇਟਿਵ ਆ, ਉਹ ਫੀਲਡ ਹੀ ਬਣ ਗਈ। R ਹੀ ਖੁਦ ਫੀਲਡ ਬਣ ਗਈ ਕਿਉਂਕਿ ਡਿਵੀਜ਼ਨ ਰਿੰਗ ਤਾਂ ਪਹਿਲਾਂ ਹੀ ਦਿੱਤੀ ਸੀ। ਜੇ R ਕਮਿਊਟੇਟਿਵ ਹੋ ਜੂਗੀ ਤਾਂ R ਹੀ ਫੀਲਡ ਹੋ ਜੂਗੀ CR ਨੇ, ਤਾਂ CR ਕਿਉਂਕਿ ਉਹਦੇ ਬਰਾਬਰ ਉਹਨੇ ਵੀ ਬਣਨਾ ਹੀ ਆ। ਉਹ ਕੇਸ ਹੀ ਨਹੀਂ ਹੈ ਇਹ। CR ਕਮਿਊਟੇਟਿਵ ਸਬ ਰਿੰਗ ਬਣ ਗਈ R ਦੀ। ਹੁਣ ਅੱਗੇ ਗੱਲ ਕਰੋ। R ਆ ਜਿਹੜੀ ਹੁਣ ਮੈਂ ਸਬ ਰਿੰਗ ਬਣ ਗਈ। ਸਬ ਰਿੰਗ ਹੋਣ ਨਾਲ ਕਿੰਨੀਆਂ ਪ੍ਰੋਪਰਟੀਆਂ ਹੋ ਗਈਆਂ? ਪਹਿਲੀਆਂ 5 ਅੰਡਰ ਐਡੀਸ਼ਨ, ਮਲਟੀਪਲੀਕੇਸ਼ਨ 2 ਸੈਮੀ ਗਰੁੱਪ ਤੱਕ, ਹੈ ਨਾ, ਸਬ ਰਿੰਗ ਹੋਣ ਨਾਲ, ਕਿਉਂਕਿ ਸਬ ਰਿੰਗ ਤਾਂ ਹੁੰਦੀ ਹੈ, ਅਤੇ ਡਿਸਟਰੀਬਿਊਟਿਵ ਲਾਅ, ਇਹ 2 5 ਤੋਂ 7 ਤੋਂ 9 ਪ੍ਰੋਪਰਟੀਆਂ ਹੋ ਗਈਆਂ। ਕਿਹੜੀ ਰਹਿ ਗਈ? ਆਈਡੈਂਟਿਟੀ, ਇਨਵਰਸ ਅਤੇ ਬਸ ਇਕੱਲੀ ਆਈਡੈਂਟਿਟੀ ਅਤੇ ਇਨਵਰਸ ਰਹਿ ਗਿਆ। ਸੋ ਆਈਡੈਂਟਿਟੀ ਕਿਉਂ ਇਹਦੇ 'ਚ ਹੋਊਗੀ? ਐਜ਼ R is a division ring, therefore 1 'ਚ ਤਾਂ ਆਈਡੈਂਟਿਟੀ ਹੈ ਕਿਉਂਕਿ ਡਿਵੀਜ਼ਨ ਰਿੰਗ ਬਣਦੀ ਹੈ, ਅਤੇ ਇਨਵਰਸ ਤੱਕ ਸਾਰਾ ਕੁਛ ਹੁੰਦਾ ਨਾ ਡਿਵੀਜ਼ਨ ਰਿੰਗ 'ਚ। ਕਮਿਊਟੇਟਿਵ ਪ੍ਰੋਪਰਟੀ ਨਹੀਂ ਹੁੰਦੀ, ਆਈਡੈਂਟਿਟੀ ਵੀ ਆਉਂਦੀ ਹੈ, ਇਨਵਰਸ ਵੀ ਆਉਂਦੀ ਹੈ। ਹੁਣ ਇਹ ਐਲੀਮੈਂਟ ਆ ਜਿਹੜਾ ਕੀ ਇਹਦੀ ਆਈਡੈਂਟਿਟੀ ਹੋਊਗੀ? ਜ਼ਰੂਰੀ ਨਹੀਂ ਹੁੰਦਾ। ਇਹ ਗਰੁੱਪ ਵਾਲਾ ਰਿਜ਼ਲਟ ਨਹੀਂ ਲੱਗਦਾ ਇੱਥੇ ਵੀ ਜੇ E ਗਰੁੱਪ ਦੀ ਆਈਡੈਂਟਿਟੀ ਹੈ ਤਾਂ ਉਹਦੇ ਸਬ ਗਰੁੱਪ ਵਿੱਚ ਵੀ ਉਹੀ ਆਈਡੈਂਟਿਟੀ ਹੋਊਗੀ। ਰਿੰਗ ਥਿਊਰੀ 'ਚ ਨਹੀਂ, ਮਲਟੀਪਲੀਕੇਟਿਵ ਆਈਡੈਂਟਿਟੀ ਆਪਦੇ ਬਹੁਤ ਰੰਗ ਦਿਖਾਉਂਦੀ ਹੈ, ਪਰ ਇੱਥੇ ਹੋਊਗੀ। ਕਿਉਂਕਿ ਜਦੋਂ ਮੈਂ 1 X ਨਾਲ ਲਾਊਂਗਾ ਅਤੇ X 1 ਨਾਲ ਲਾਊਂਗਾ, ਉਹ ਇਕੁਅਲ ਆਉਣਗੇ ਕਿ ਨਹੀਂ? ਕਿਹਦੇ ਬਰਾਬਰ? X ਦੇ। ਅਤੇ ਹਰੇਕ X ਐਲੀਮੈਂਟ ਕੋਈ ਵੀ ਚੱਕ ਲਓ ਇੱਦਾਂ ਹੋਊਗਾ। ਅਤੇ ਗੌਰ ਨਾਲ ਦੇਖੋ 1 ਆ ਜਿਹੜਾ X ਨਾਲ ਕਮਿਊਟ ਨਹੀਂ ਕਰੀ ਜਾਂਦਾ, ਸੋ ਇਹਦਾ ਮਤਲਬ ਇਹ ਹੱਕਦਾਰ ਆ ਕਿ CR 'ਚ ਚਲਾ ਜਾਵੇ। ਇਸ ਨਾਤੇ 1 ਨੂੰ ਮੈਂ CR 'ਚ ਲੈ ਕੇ ਆਇਆ, ਹੋਰ ਕੋਈ ਰੀਜ਼ਨ ਨਹੀਂ ਹੈ। ਅੱਛਾ, ਇਹਦਾ ਮਤਲਬ ਇਹਦੇ 'ਚ ਆਈਡੈਂਟਿਟੀ ਤਾਂ ਆ ਗਈ। ਹੁਣ ਕੀ ਰਹਿ ਗਿਆ? ਇਨਵਰਸ। ਕੱਲਾ ਇਨਵਰਸ ਵਾਲੀ ਪ੍ਰੋਪਰਟੀ ਰਹਿ ਗਈ। ਆਹ ਦੇਖੋ 5 ਤੋਂ 7 ਤੋਂ 9 ਤੋਂ ਪਹਿਲਾਂ ਹੀ ਹੋ ਗਈਆਂ ਸੀ, ਕੱਲੀ ਇਨਵਰਸ ਵਾਲੀ ਰਹਿ ਗਈ ਹੁਣ ਪ੍ਰੋਪਰਟੀ। ਕੀ ਆਊਗਾ? X ਨੋਨ ਜ਼ੀਰੋ ਐਲੀਮੈਂਟ ਲੈ ਲਓ CR 'ਚੋਂ, ਇਹਦਾ ਮਲਟੀਪਲੀਕੇਟਿਵ ਇਨਵਰਸ ਲੱਭ ਕੇ ਦਿਖਾ ਦਿਓ। ਦੇਖੋ CR R ਵਿੱਚ ਕੰਟੇਨ ਹੋਊਗਾ, ਹੈ ਨਾ, ਅਤੇ ਇਹਦਾ ਮਤਲਬ X ਆ ਜਿਹੜਾ ਅਲਟੀਮੇਟਲੀ R 'ਚ ਚਲਾ ਗਿਆ।
आर डिवीजन रिंग है, इसका मतलब देयर एग्जिस्ट एक्स इनवर्स बिलोंग्स टू आर सच दैट एक्स एक्स इनवर्स इज इक्वल टू 1 एक्स इनवर्स एक्स ए बराबर आउणगे तो 1 के बराबर होणगे। ये कोई शक नहीं भी, क्योंकि आर आ जी वो तो डिवीजन रिंग हैगी है। एक्स सी आर चो आर च चला गया, यदा मतलब एक्स का इनवर्स आर में मिलूगा, सी आर च जरूरी नहीं। हुण आपां यही देखना भी की ये एक्स इनवर्स सी आर नूं बिलोंग करदा। लैट हुण मान लो ਆਪਾਂ ਕੀ करना, मैं प्रूव करना कि टू प्रूव एक्स एक्स इनवर्स है जोड़ा ये रिंग के हरेक एलीमेंट नाल कम्यूट करता, इस तरीके नाल करके दिखाना। उस तो बाद मैं लिख सकदा भी एक्स इनवर्स है जोड़ा ये जोड़ा इनवर्स का काम तो इन्हें करता ही रहना। एक्स नूं एक्स इनवर्स नाल प्रोडक्ट की मन तो आना ही है, बस शो करना भी ये आर च तो हैगा, ये सी आर च हैगा, बस इन्ना शो करना। आ चीज़ आ प्रूव करूँगा तो आ चीज़ आप ही प्रूव हो जाऊगी। हुण मैं आ चीज़ शो कर लगा। सो पहला तो मैं की कर लगा, आर एलीमेंट लूँगा, लैट आर बिलोंग टू आर, उही स्मॉल आर चक लिया, क्योंकि आर डिवीजन रिंग है, मतलब आर इनवर्स बिलोंग करूँगा आर नूं। ठीक है, ऐं करो हुण एक्स इनवर्स आर ते लिख लो, ਇਹਦਾ ਜਦੋਂ इनवर्स अप्लाई करोगे ਇਹਨੂੰ मैं लिख सकदा आर इनवर्स एक्स का इनवर्स ग्रुप वाली प्रॉपर्टी हुई ये इत्थे भी लगती है। एक्स इनवर्स मूहरे आ जाऊगा, आर आर इनवर्स पिछे चला जाऊगा, वो की बन जाऊगा आर 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 इनवर्स आर ही होऊगा, तो ये सेम चीज़ बन जूगी। ठीक है, एक्स एलीमेंट किहदा सी आर का, तो रिंग के हरेक एलीमेंट नाल कम्यूट करूगा, यदा मतलब आर इनवर्स नाल भी कम्यूट करूगा, क्योंकि ये भी रिंग का एलीमेंट ही है। सो एक्स आर इनवर्स मैं उधर लै गया, उपर इनवर्स उमें पिया रहना, तो एक्स आर इनवर्स आ जिहड़ा ये आर इनवर्स एक्स के बराबर आऊगा, क्योंकि एक्स की खासियत आ, एक्स इहदा एलीमेंट आ, वो आर इनवर्स नाल कम्यूट कर रहा। ठीक है, सो अगले स्टैप मैं की करूँगा, इन्हू फिर ठीक करके लिखूँगा कि आ जाऊगा ये आर इनवर्स का इनवर्स मूहरे आ जाऊगा, एक्स इनवर्स पिछे चला जाऊगा, ये की बन गया आर एक्स इनवर्स। देखो प्रूव हो गया, एक्स इनवर्स रिंग का आरबिट्रेरी एलीमेंट आर लिया सीगा, एक्स इनवर्स पहला मूहरे से फिर पिछे चला गया, यदा मतलब एक्स इनवर्स हकदार आ सी आर विच जाण दा। तो ये आ काम तो इन्हें हजे भी करता रहना, सच दैट एक्स एक्स इनवर्स आ जिहड़ा 1 हुंदा, इहदा मतलब की हो गया एक्स इहदा एलीमेंट लिया सी, ਉਹਦਾ ਇਨਵਰਸ ਆ ਜਿਹੜਾ सी आर ਵਿੱਚ ਮਿਲ ਗਿਆ। ਇਨਵਰਸ ਕਰਦਾ ਕੀ ਹੈ, ਇਹਦੇ ਨਾਲ ਜਦੋਂ ਪ੍ਰੋਡਕਟ ਕਰਦੇ ਆ ਆਈਡੈਂਟਿਟੀ ਬਣਾ ਦਿੰਦਾ, ਇਹਦਾ ਮਤਲਬ सी आर ਕੀ ਹੋ ਗਈ सी आर आ ਜਿਹੜੀ ਇਹ ਕੀ ਬਣ ਗਈ ਆ, ਇੱਥੇ ਲਿਖ ਦਈਏ ਸੌਰੀ, सी आर ਆ ਜਿਹੜੀ इज़ डिवीजन रिंग बन गई, एंड इट इज़ की है कम्यूटेटिव भी है। सो कम्यूटेटिव डिवीजन रिंग की होंगी है फील्ड, सो सी आर की होगी फील्ड बन गई। सो डिवीजन रिंग दे आप अंदर एक फील्ड लभ सकते हैं, क्योंकि सी आर जी अंदर ही होंगी है ना रिंग दे, सो वो अंदर आप फील्ड हरेक डिवीजन रिंग के अंदर एक फील्ड होंगी है लुकी हुई। राजे कुछ चीज़ां मेरा मन सीगा डिस्कस करने का, पर यह बुक च दिता ही नहीं होया, बहुत इंपॉर्टेंट है। हुण मैं उही चीज़ सोच रहा भी तुहानूं कित्थों एग्जाम्पलां देवां वो। हाँ आर एस और सेम आ देखो, वेट करो एक मिनट, इन रिंग टू, हाँ आ पार्ट आ ना जिहड़ा ये तुसीं इत्थों तक ये छड्डना नहीं है। ये ऐसा चीज़ है जिहड़ी तुहानूं शो करदी है भी ग्रुप की जिहड़ी आइडेंटिटी सी ई ते जिहड़ी रिंग च मल्टीप्लिकेटिव आइडेंटिटी है, इन्हां दोहां दा बिहेवियर टोटली डिफरेंट आ, टोटली। उत्थे की सीगा, उत्थे अपने कोले हुंदा सी भी जे ये सब ग्रुप की आइडेंटिटी है E1 ते E2 ग्रुप की आइडेंटिटी है तो ये दोवें बराबर होणगीਆਂ, हुंदा सी ना ये ग्रुप की ते सब ग्रुप की आइडेंटिटी सेम हुंदी सी, पर रिंग च ये दोवें अड अड हो सकदियां, ये चीज़ याद रखियो। एक चीज़ अगे हुंदा सी भी E1 जे सब ग्रुप च है आइडेंटिटी तो ये ग्रुप च भी होगी एग्जिस्टेंस, ये चीज़ ओबवियस जी भी लगती है ना,
ਵੀ ਜੇ ਕੋਈ ਚੀਜ਼ ਛੋਟੇ 'ਚ ਲੱਭ ਗਈ, ਜੇ ਕੋਈ ਸਬ ਗਰੁੱਪ ਇੱਥੇ ਆਇਡੈਂਟੀਟੀ ਇਹਦੇ 'ਚ ਲੱਭ ਗਈ ਤਾਂ ਇਹ ਜਿਹੜਾ ਛੋਟਾ ਸੈੱਟ ਆ ਇਹ ਵੱਡੇ ਦੇ ਅੰਦਰ ਹੀ ਪਿਆ, ਫਿਰ ਉਹ ਵੱਡੇ 'ਚ ਵੀ ਹੋਣੀ ਚਾਹੀਦੀ ਹੈ। ਗਰੁੱਪ ਦੇ ਹਿਸਾਬ ਨਾਲ ਤਾਂ ਬਹੁਤ ਓਬਵੀਅਸ ਜੀ ਲੱਗਦੀ ਹੈ, ਜੇ ਆਇਡੈਂਟੀਟੀ ਸਬ ਗਰੁੱਪ 'ਚ ਹੈਗੀ ਹੈ ਗਰੁੱਪ 'ਚ ਹੋਊਗੀ, ਪਰ ਰਿੰਗ 'ਚ ਇੱਦਾਂ ਨਹੀਂ ਹੁੰਦਾ। ਛੋਟੇ ਹੋਣ ਦੇ ਬਾਵਜੂਦ ਮਲਟੀਪਲੀਕੇਟਿਵ ਆਇਡੈਂਟੀਟੀ ਦੀ ਗੱਲ ਕਰ ਰਿਹਾ ਮੈਂ, ਜ਼ੀਰੋ ਦੀ ਮੇਰੇ ਕੋਲੇ ਗੱਲ ਨਾ ਕਰਿਓ ਕਦੇ ਵੀ, ਜ਼ੀਰੋ ਐਡੀਟਿਵ ਆਇਡੈਂਟੀਟੀ ਹੈ। ਮਲਟੀਪਲੀਕੇਟਿਵ ਆਇਡੈਂਟੀਟੀ ਇਹ ਵੀ ਹੋ ਸਕਦਾ ਵੀ ਰਿੰਗ 'ਚ ਹੋਰ ਹੋਵੇ, ਸਬ ਰਿੰਗ 'ਚ ਹੋਰ ਹੋਵੇ, ਰਿੰਗ 'ਚ ਹੋਵੇ ਸਬ ਰਿੰਗ 'ਚ ਨਾ ਹੋਵੇ, ਸਬ ਰਿੰਗ 'ਚ ਹੋਵੇ, ਇਹ ਸਭ ਤੋਂ ਖਤਰਨਾਕ ਲੱਗਦੀ ਹੈ ਇਹ ਚੀਜ਼। ਸਬ ਰਿੰਗ 'ਚ ਛੋਟੇ 'ਚ ਹੋਵੇ ਪਰ ਵੱਡੇ 'ਚ ਨਾ ਹੋਵੇ, ਇਹ ਸਭ ਤੋਂ ਔਡ ਲੱਗਦੀ ਹੈ ਸਟੂਡੈਂਟ ਨੂੰ, ਵੀ ਛੋਟੇ 'ਚ ਜਦੋਂ ਹੈਗੀ ਆ ਵੱਡੇ 'ਚ ਕਿਵੇਂ ਨਹੀਂ ਗਈ। ਹੋ ਸਕਦਾ ਦੋਵਾਂ 'ਚ ਨਾ ਹੋਵੇ। ਸੋ ਇਹ ਐਗਜ਼ਾਮਪਲਾਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਹੋਈਆਂ, ਠੀਕ ਹੈ। ਆਹ ਦੇਖੋ ਇੱਥੇ ਕਲੈਰੀਫਾਈ ਵੀ ਕੀਤਾ ਇਹਨੇ ਵੀ ਕਿਉਂ ਵੀ ਕੈਨ ਨੋਟਿਸ ਦੈਟ। ਸਭ ਤੋਂ ਪਹਿਲਾਂ ਜੈਡ ਤੇ ਕਿਊ ਦੀ ਗੱਲ ਕਰ ਰਿਹਾ ਹੈ। ਇਹ ਕਹਿੰਦੇ ਇਨ ਰਿੰਗ 1 ਰਿੰਗ ਐਂਡ ਸਬ ਰਿੰਗ ਹੈਵ ਸੇਮ ਯੂਨਿਟੀ। ਅੱਛਾ, ਇਹ ਜਿਹੜੀ ਹੈ ਇਹ ਕਹਿੰਦਾ ਜੈਡ ਕੀ ਹੈ, ਇਹਦੀ ਸਬ ਰਿੰਗ ਆ, ਹਾਂ ਹੈਗੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਕਿਊ ਅੰਡਰ ਐਡੀਸ਼ਨ ਤੇ ਮਲਟੀਪਲੀਕੇਸ਼ਨ ਸਬ ਰਿੰਗ ਬਣਾਉਂਦਾ, ਜੈਡ ਕਿਊ ਦਾ ਸਬਸੈਟ ਆ ਤੇ ਜੈਡ ਅੰਡਰ ਸੇਮ ਕੰਪੋਜੀਸ਼ਨ ਰਿੰਗ ਬਣਾਉਂਦਾ, ਠੀਕ ਹੈ। ਸੋ ਜਾਂ ਤੁਸੀਂ ਇਹ ਦੋ ਪ੍ਰੋਪਰਟੀਆਂ ਨਾਲ ਚੈੱਕ ਕਰ ਸਕਦੇ ਹੋ ਕਿ ਦੋ ਇੰਟੀਜ਼ਰਾਂ ਦਾ ਡਿਫਰੈਂਸ ਆ ਫਿਰ ਇੰਟੀਜ਼ਰ ਹੁੰਦਾ, ਦੋ ਇੰਟੀਜ਼ਰਾਂ ਦੀ ਪ੍ਰੋਡਕਟ ਫਿਰ ਇੰਟੀਜ਼ਰ ਹੁੰਦੀ ਹੈ। ਸੋ ਓਬਵੀਅਸਲੀ ਇਹ ਸਬ ਰਿੰਗ ਬਣ ਗਈ, ਆਪਾਂ ਥਿਊਰਮ ਕੀਤੀ ਹੋਈ ਹੈ। ਹੁਣ ਮੇਨ ਚੀਜ਼ ਇਹ ਕਹਿੰਦੇ ਇਹਦੀ ਆਇਡੈਂਟੀਟੀ ਕਿਹੜੀ ਆ, ਮਲਟੀਪਲੀਕੇਟਿਵ 1 ਆ ਰਾਜੇ। ਕੀ ਆਂਦੀ ਇਹ, ਕੋਈ ਇਫੈਕਟ ਨਹੀਂ ਪਾਉਂਦੀ, ਤੇ ਇਹਦੇ 'ਚ 1 ਹੈਗਾ, ਹਾਂ 100% ਹੈਗਾ। ਫॉर ईच एक्स बिलोंग्स टू क्यू वास्ते आइडेंटिटी है, ये भी फॉर ईच एक्स बिलोंग टू इंटीजर वास्ते भी 1 आइडेंटिटी है। सो इत्थे ने लिखता देयरफॉर इन Z एंड Q हैव सेम आइडेंटिटी। पेपर च आया होया क्वेश्चन है, मैं यही लभदा सीगा भी इन्हां ने दिता क्यों नहीं। हुण गल करो अगे दी, ये कहंदा कि NZ इज अ सब रिंग ऑफ Z, रिंग हैज़ आइडेंटिटी 1 बट सब रिंग को आइडेंटिटी नहीं है। हुण देखो पै गया ना पंगा, अगे तक ग्रुप च आइडेंटिटी हुंदी सी, सब रिंग सब ग्रुप विच भी हुंदी सी, पर इहदे च इह गल नहीं है। सो N कहंदा थोड़ा जिहा स्पैशल चुनो, किहो जिहा N 1 ना होवे ते N -1 ना होवे। राजे ऐं करो N नूं 2 चुनो ते NZ की बन गया फिर 2Z। सो 2Z आ जिहड़ा पहलां तां Z देखो अंडर एडिशन ते मल्टीप्लीकेशन ये रिंग बनाउंदा 100% बनाउंदा, बनदा रिंग ये। इत्थे ही देख लो, इत्थे मैं शो किया ना भी जैड अंडर एडिशन ते मल्टीप्लीकेशन जिहड़े है रिंग बनाउंदा, क्योंकि ये सब रिंग आ तो रिंग तो बनाऊगा ही अंडर एडिशन ते मल्टीप्लीकेशन, तो यदा रिंग तो बनाउंदा ही हुंदा, नहीं तो वध तो वध 9 प्रॉपर्टियां वो चैक कर लो राजे। पेपर च याद रखियो 9 प्रॉपर्टियां, तुसीं डिस्ट्रीब्यूटिव लॉ भुल जाते हो, 7 रह जाणियां तुहाडे लॉ तो बिना, तो वो कांटा वजना तुहाडे क्वेश्चन ते। हुण देखो 2Z आ जिहड़ा Z च कंटेन हुंदा, 2Z च किहड़े आ ईवन इंटीजर हुंदे आ सारे ईवन, किहे जे 0 +-2 +-4 अप टू सो ऑन। राजे तुसीं चैक कर सकते हो भी 2Z आ जिहड़ा ये सबसैट आ Z दा, ते इहदे च 0 पक्की है, सो 2Z नॉन एम्पटी सबसैट भी हो गया। पर जदों भी ये सब रिंग बनाउंदा, हुण ये देखिए हाँ A ते -B दो एलीमेंट तुसीं A B 2Z चों चकोगे तो दो ईवन इंटीजर का जिहड़ा डिफरेंस आ वो फिर ईवन ही आऊगा। करके भी देख लो 2 - 4 -2 6 - 6 0 6 - 4 2, दो ईवन इंटीजर का डिफरेंस ईवन आउंदा हुंदा, सो इहदा मतलब 2Z च जाणगे, तो दो ईवन इंटीजर की प्रोडक्ट भी ईवन हुंदी है, सो ये भी 2Z च जाऊगा। सो 2Z अंडर एडिशन एंड मल्टीप्लीकेशन की हो गया सब रिंग ऑफ Z। पर राजे एक चीज़ है, Z की आइडेंटिटी Z अंडर Z की आइडेंटिटी हैगी आ 1x x1 x फॉर ईच x बिलोंग्स टू Z। 1 आ जिहड़ा इत्थे ही आपां कह चुके हैं पिछले क्वेश्चन च, आइडेंटिटी का काम करदा 1 इहदे च, पर 2Z च तो 1 है ही नहीं, पै गया ना पंगा। 2Z च तो 1 है ही नहीं, ये 1 ईवन थोड़ी हुंदा, 1 डज नॉट बिलोंग्स टू 2Z, सो 2Z इज सब रिंग होगी
विदाउट यूनिटी। बहुत वधिया रिजल्ट आ। मतलब ਜਿਹੜੀ ਯੂਨਿਟੀ ਆ ਨਾ, ਇਹਦਾ ਰਿੰਗ ਸਬ ਰਿੰਗ ਨਾਲ ਕੁਛ ਨਹੀਂ ਹੋ ਸਕਦਾ। ਇਹ ਸਬ ਰਿੰਗ ਕੋਲੇ ਹੋਵੇ, ਰਿੰਗ ਕੋਲੇ ਨਾ ਹੋਵੇ, ਹੋ ਸਕਦਾ ਦੋਵਾਂ ਕੋਲੇ ਹੋਵੇ, ਹੋ ਸਕਦਾ ਰਿੰਗ ਕੋਲੇ ਹੋਵੇ, ਸਬ ਰਿੰਗ ਕੋਲੇ ਨਾ ਹੋਵੇ, ਹੋ ਸਕਦਾ ਦੋਵਾਂ ਕੋਲੇ ਨਾ ਹੋਵੇ, ਹੋ ਸਕਦਾ ਦੋਵਾਂ ਕੋਲੇ ਹੋਵੇ। ਅਗਲਾ ਆ ਜਾਓ, ਆ ਗਈ। ਇਹ ਕਹਿੰਦਾ ਵੀ ਰਿੰਗ ਕੋਲੇ ਯੂਨਿਟੀ ਹੈ ਨਹੀਂ ਤਾਂ ਸਬ ਰਿੰਗ ਕੋਲੇ ਹੈਗੀ ਆ। ਇਹ ਸਭ ਤੋਂ ਅਚੰਭੇ ਵਾਲੀ ਐਗਜ਼ਾਮਪਲ ਆ, ਤੇ ਸਟੂਡੈਂਟ ਨੂੰ ਇਹ ਭੁੱਲਦੀ ਵੀ ਬਹੁਤ ਆ। मतलब सब रिंग है जी, एक मिनट, मतलब सब रिंग है जी वो की है, इदू अगली इदू भी वधिया है एग्जाम्पल। R1 आ जी, ਇਹਦੇ ਕੋਲੇ ਐਲੀਮੈਂਟ ਆ ਜਿਹੜੇ ਖਾਸ ਐਲੀਮੈਂਟ ਆ A000, मतलब पहले एलीमेंट ਨੂੰ ਛੱਡ ਕੇ ਬਾਕੀ ਸਾਰੇ 0 ਆ। R2 ਕੋਲੇ ਪਹਿਲੇ 2 ਨੂੰ ਛੱਡ ਕੇ ਬਾਕੀ ਸਾਰੇ 0 ਆ। मतलब ਕੀ ਹੈ ਵੀ ਪਹਿਲੇ 2 ਐਲੀਮੈਂਟ ਜਿਹੜੇ R2 ਵਿੱਚ, ਇੱਥੇ ਐਂ ਅੱਧਾ ਅੱਧਾ ਕਰ ਲੈਂਦੇ ਆ ਕਿਉਂਕਿ ਇੱਕ ਕੁਐਸਚਨ ਹਜੇ ਪਿਆ ਮੇਰੇ ਕੋਲ, ਪੇਜ ਮੁੱਕ ਗਏ, ਇੱਥੇ ਕਰ ਦੇਣਾ। ਇਹਦੇ 'ਚ ਐਲੀਮੈਂਟ ਆ ਜਿਹੜੇ, ਉਹਦੇ 'ਚ ਇੱਥੇ ਤੇ ਇੱਥੇ ਕੁਛ ਵੀ ਹੋ ਸਕਦਾ। ਇਹਦੇ 'ਚ ਜਿਹੜੇ ਐਲੀਮੈਂਟ ਆ ਉਹਦੇ ਇੱਥੇ 0 ਹੋਣਾ ਚਾਹੀਦਾ। ਤੇ ਉਸ ਹਿਸਾਬ ਨਾਲ ਜੇ ਮੈਂ B ਦੀ ਜਗ੍ਹਾ 'ਤੇ 0 ਰੱਖਾਂ ਤਾਂ ਇਹ ਸਾਰੇ ਐਲੀਮੈਂਟ ਇਹਦੇ 'ਚ ਆ ਜਾਣਗੇ ਨਾ। ਇਹ ਐਲੀਮੈਂਟ ਆ ਰਾਜੇ, ਧਿਆਨ ਨਾਲ ਦੇਖੋ ਨਾ, ਇਹਨਾਂ ਨੇ ਇੱਥੇ ਪਰਮਿਸ਼ਨ ਦਿੱਤੀ ਹੋਈ ਹੈ ਵੀ B ਜਸਟ ਰੀਅਲ ਨੰਬਰ ਹੋਣਾ ਚਾਹੀਦਾ, ਤੇ 0 ਰੀਅਲ ਨੰਬਰ ਹੀ ਹੈ। ਸੋ ਇਹਦਾ ਮਤਲਬ A000 ਇਹ ਜਿਹੇ ਐਲੀਮੈਂਟ ਆ ਜਿਹੜੇ ਸਾਰੇ R2 ਦੇ ਵਿੱਚ ਆ, ਇਹ ਤਾਂ ਹੋਣਾ ਹੀ ਚਾਹੀਦਾ, ਇਹ ਰੀਅਲ ਨੰਬਰ ਆ। ਸਿੱਧੀ ਜੀ ਗੱਲ ਆ। ਇਹ ਐਲੀਮੈਂਟ ਕਿਹੜਾ R2 'ਚ ਐਲੀਮੈਂਟ ਆ ਜਿਹੜੇ, ਉਹ ਕਹਿ ਰਹੇ ਆ ਦੂਜੀ ਤੇ ਤੀਜੀ ਪੋਜੀਸ਼ਨ 'ਚ 0 ਹੋਣਾ ਚਾਹੀਦਾ। ਹੁਣ ਕਈ ਸਟੂਡੈਂਟ ਕਹਿੰਦੇ ਠੀਕ ਆ ਸਰ, R2 ਦੇ ਐਲੀਮੈਂਟ ਇਹੋ ਜਿਹੇ ਆ ਜਿਨ੍ਹਾਂ 'ਚ ਪਹਿਲੀ 2 ਪੋਜੀਸ਼ਨਾਂ 'ਤੇ ਨੋਨ 0 ਆ, ਤੀਜੀ ਤੇ ਚੌਥੀ 'ਚ 0 ਆ। ਰਾਜੇ ਤੁਹਾਨੂੰ ਕਿਹਨੇ ਕਿਹਾ ਵੀ ਪਹਿਲੀ 2 ਪੋਜੀਸ਼ਨਾਂ 'ਤੇ ਨੋਨ 0 ਆ? ਇੱਥੇ ਲਿਖਿਆ ਹੋਇਆ ਵੀ ਮੈਂ A ਸ਼ੁੱਡ ਵੀ ਨੋਨ 0, B ਸ਼ੁੱਡ ਵੀ ਨੋਨ 0। A 0 ਵੀ ਹੋ ਸਕਦਾ, B ਵੀ 0 ਹੋ ਸਕਦਾ, ਨੋਨ 0 ਵੀ ਹੋ ਸਕਦਾ, ਪਰ ਇਹ ਤੇ ਇਹ ਪੋਜੀਸ਼ਨ 'ਚ 0 ਹੋਣੀ ਚਾਹੀਦੀ ਹੈ। ਸਿਮਿਲਰਲੀ ਇੱਥੇ A ਆ ਜਿਹੜਾ 0 ਵੀ ਹੋ ਸਕਦਾ, ਇਹ ਨੋਨ 0 ਵੀ ਹੋ ਸਕਦਾ, ਇੱਥੇ 0 ਹੀ ਰਹਿਣੇ ਚਾਹੀਦੇ ਆ। ਸੋ ਉਸ ਹਿਸਾਬ ਨਾਲ ਦੇਖੋ, ਜੇ ਮੈਂ B ਦੀ ਜਗ੍ਹਾ 'ਤੇ ਕੁਛ ਵੀ ਭਰ ਸਕਦਾ, R2 ਨੇ ਮੈਨੂੰ ਪਰਮਿਸ਼ਨ ਦਿੱਤੀ ਹੋਈ ਆ ਵੀ B ਦੀ ਜਗ੍ਹਾ 'ਤੇ ਕੁਛ ਵੀ ਭਰ ਲਾ, ਮੈਂ 0 ਰੱਖੂੰਗਾ, ਮੇਰੀ ਮਰਜ਼ੀ। ਸੋ ਇੱਥੇ 0 ਮੈਂ ਰੱਖ ਲਿਆ, ਇੱਥੇ ਤੇ ਇੱਥੇ ਵੀ ਰੱਖ ਲਿਆ, ਉਹ ਤਾਂ ਇੱਥੋਂ ਇਹਦੇ 'ਚੋਂ ਐਲੀਮੈਂਟ ਲਿਆ ਨਾ। ਸੋ ਇਹ B 0 ਹੋ ਗਿਆ, ਇੱਥੇ 0 ਹੀ ਆ। R2 ਨੇ ਇੱਕ ਹੀ ਕੰਡੀਸ਼ਨ ਲਾਈ ਹੋਈ ਆ, ਧਿਆਨ ਨਾਲ ਸੁਣ ਲਓ। ਕਈ ਨਾ ਬੱਚੇ ਕਹਿਣਗੇ ਜਦੋਂ ਇਹੋ ਜਿਹੀ ਮੈਟ੍ਰਿਕਸ ਆ ਜੂਗੀ ABC 0 0 0 0 0 0, ਮੈਂ ਕਹੂੰਗਾ ਡਾਇਗੋਨਲ ਮੈਟ੍ਰਿਕਸ ਦੀ ਡੈਫੀਨੇਸ਼ਨ ਦਿਓ। ਬੱਚੇ ਪਤਾ ਕੀ ਕਹਿੰਦੇ ਆ, ਸਰ ਡਾਇਗੋਨਲ ਐਲੀਮੈਂਟ ਨੋਨ 0 ਹੁੰਦੇ ਆ, ਬਾਕੀ ਸਾਰੇ ਆ ਜਿਹੜੇ ਉਹ 0 ਹੁੰਦੇ ਆ। ਤੁਹਾਨੂੰ ਕਿਹਨੇ ਕਿਹਾ ਡਾਇਗੋਨਲ ਐਲੀਮੈਂਟ ਨੋਨ 0 ਹੁੰਦੇ ਆ? ਕੀ ਇਹ ਮੈਟ੍ਰਿਕਸ ਡਾਇਗੋਨਲ ਮੈਟ੍ਰਿਕਸ ਨਹੀਂ ਗੀ? ਡਾਇਗੋਨਲ ਹੀ ਇਹ ਵੀ। ਤੁਸੀਂ ਐਂ ਕਿਹਾ ਕਰੋ ਕਿ ਸਰ ਡਾਇਗੋਨਲ ਮੈਟ੍ਰਿਕਸ 'ਚ ਨੌਨ ਡਾਇਗੋਨਲ ਐਂਟਰੀਆਂ ਕਿਹੜੀਆਂ ਹੋ ਗਈਆਂ? 1 2 3 4 5 6 ਨੌਨ ਡਾਇਗੋਨਲ ਐਂਟਰੀਆਂ 0 ਹੋਣੀਆਂ ਚਾਹੀਦੀਆਂ। ਡਾਇਗੋਨਲ ਐਂਟਰੀਆਂ ਬਾਰੇ ਕੁਛ ਦੱਸੋ ਹੀ ਨਾ, ਉਹ ਕੁਛ ਮਰਜ਼ੀ ਹੋ ਸਕਦੀਆਂ, 0 ਵੀ ਹੋ ਸਕਦੀਆਂ, ਨੋਨ 0 ਵੀ ਹੋ ਸਕਦੀਆਂ। ਸੋ ਉਵੇਂ ਹੀ ਇੱਥੇ ਤੀਜੀ ਤੇ ਇਹ ਕੀ R2 ਕੀ ਕਹਿੰਦਾ ਕਿ ਇਹ ਮੇਰਾ ਐਲੀਮੈਂਟ ਬਣਨ ਵਾਸਤੇ ਤੀਜੀ ਤੇ ਚੌਥੀ ਪੋਜੀਸ਼ਨ 'ਤੇ 0 ਹੋਣਾ ਚਾਹੀਦਾ। R1 ਕਹਿੰਦਾ ਮੇਰਾ ਐਲੀਮੈਂਟ ਬਣਨ ਵਾਸਤੇ ਦੂਜੀ ਤੀਜੀ ਚੌਥੀ ਪੋਜੀਸ਼ਨ 'ਤੇ 0 ਹੋਣਾ ਚਾਹੀਦਾ। ਤੇ ਉਸ ਹਿਸਾਬ ਨਾਲ ਇਹ ਐਲੀਮੈਂਟ ਦੇਖੋ, ਇਹਦੇ 'ਚ ਤੀਜੀ ਤੇ ਚੌਥੀ ਪੋਜੀਸ਼ਨ 'ਤੇ 0 ਆ ਨਾ, ਉਸ ਹਿਸਾਬ ਨਾਲ R2 ਨੇ ਇਹਨੂੰ ਆਪਣੇ ਅੰਦਰ ਆਉਣ ਦੇ ਦੇਣਾ। ਸੋ ਇਹਦਾ ਮਤਲਬ R1 ਆ, ਇਹ ਸਾਰੇ ਐਲੀਮੈਂਟ R2 ਦੇ ਵਿੱਚ ਜਾ ਰਹੇ ਆ, ਠੀਕ ਆ। ਸੋ ਸਬ ਸੈੱਟ ਤਾਂ ਬਣ ਰਿਹਾ। ਹੁਣ 2 ਨੋਨ ਐਮਟੀ ਹੈ, ਹਾਂ 100% ਹੈ। ਇਹਦੇ 'ਚ R1 'ਚ 0 0 0 0 ਪਈ ਹੈ, ਇੱਥੇ 0 ਕਰ ਦਿਓ, 0 0 0 ਵਿੱਚ ਆ ਗਈ। ਹੁਣ ਇੱਕ ਚੀਜ਼ ਦੇਖੋ, ਇਹਨਾਂ 2 ਐਲੀਮੈਂਟ ਇਹਦੇ 'ਚ ਚੱਕੋ, A0 0 0, ਇਹਦੇ 'ਚ ਚੱਕੋ B0 0 0, ਇਹ R1 'ਚੋਂ ਇਹਨਾਂ ਦਾ ਡਿਫਰੈਂਸ ਕੀ ਆਊਗਾ? A - B 0 0 0 0। ਦੇਖੋ ਕੰਡੀਸ਼ਨ ਨੂੰ ਤਾਂ ਨਹੀਂ ਬ੍ਰੇਕ ਕੀਤਾ ਇਹਨੇ, ਦੂਜੀ ਤੀਜੀ ਚੌਥੀ ਪੋਜੀਸ਼ਨ 'ਤੇ 0 ਹੀ ਆ ਨਾ ਹਜੇ, ਠੀਕ ਆ। ਫਿਰ ਇਹ R1 'ਚ ਚਲਾ ਗਿਆ। ਫਿਰ ਗੱਲ ਕਰੋ ਇਹਨਾਂ ਦੀ ਪ੍ਰੋਡਕਟ, A0 0 0 B0 0 0, ਪ੍ਰੋਡਕਟ ਕਰੋ ਕੀ ਆਊਗਾ? AB 0 0। ਕੰਟਰਾਡਿਕਸ਼ਨ ਤਾਂ ਨਹੀਂ ਮਿਲੀ, ਦੂਜੀ ਤੀਜੀ ਚੌਥੀ ਪੋਜੀਸ਼ਨ 'ਤੇ 0 ਹੀ ਆ। ਸੋ ਇਹ ਵੀ R1 'ਚ ਚਲਾ ਗਿਆ। ਸੋ R1 ਕੀ ਹੋ ਗਈ? ਸਬ ਰਿੰਗ ਹੋ ਗਈ R2 ਦੀ। ਹੁਣ ਗੱਲ ਕਰੋ ਆਇਡੈਂਟੀਟੀ ਦੀ ਰਾਜੇ। ਜੇ ਮੈਂ A0 0 0 ਨੂੰ ਪ੍ਰੋਡਕਟ ਕਰਾਂ, ਧਿਆਨ ਨਾਲ ਦੇਖੋ,
1 0 0 0 नाल की आऊगा A 0 0 0। ਇਹਦਾ ਮਤਲਬ 1 0 0 0 ਆ ਜਿਹੜੇ R1 ਚ ਆਇਡੈਂਟਿਟੀ ਦਾ ਕੰਮ ਕਰ ਰਹੀ ਹੈ, ਇਹਨੂੰ ਬਿਲੋਂਗ ਵੀ ਕਰਦੀ ਹੈ ਕਿਉਂਕਿ ਇਹਦੇ ਚ ਦੇਖੋ ਦੂਜੀ ਚੀਜ਼ ਦੀ ਚੌਥੀ ਪੋਜੀਸ਼ਨ ਤੇ 0 ਹੈ, ਸੋ ਆਇਡੈਂਟਿਟੀ ਦਾ ਕੰਮ ਵੀ ਕਰ ਰਹੀ ਹੈ। ਪਰ R2 ਦੀ ਆਇਡੈਂਟਿਟੀ ਲੱਭ ਕੇ ਦਿਖਾਓ। R2 ਚ ਤੁਸੀਂ ਕਹੋਗੇ ਲੱਭ ਦਿੰਨੇ ਆ ਜੀ, ਇਹ ਲਿਖੀ ਤੁਸੀਂ ਇੱਥੇ XY 0 0 ਰੱਖਿਆ, ਹੁਣ ਲੱਭਣ ਦੀ ਕੋਸ਼ਿਸ਼ ਕੀਤੀ, ਤੁਸੀਂ ਕਿ ਆਇਡੈਂਟਿਟੀ ਕੀ ਕਰਦੀ, ਕੋਈ ਇਫੈਕਟ ਨਹੀਂ ਪਾਉਂਦੀ। ਇੱਥੇ ਰਾਜੇ ਸੇਮ ਚੀਜ਼ ਅੱਗੇ ਵੀ ਆਪਾਂ ਕਰ ਚੁੱਕੇ ਹਾਂ। ਇੱਥੇ ਆਇਡੈਂਟਿਟੀ ਜਿਹੜੀ ਲੱਭੀ ਸੀ ਕੀ ਆਇਆ AX AY 0 0, ਇੱਥੇ ਕੀ ਆ ਗਿਆ AB। ਕੰਪੇਅਰ ਕੀਤਾ ਸੀ ਜਦੋਂ X ਤਾਂ 1 ਆ ਗਿਆ ਸੀ, ਪਰ B ਕੀ ਬਣ ਗਿਆ ਸੀ, Y ਕੀ ਬਣ ਗਿਆ ਸੀ B/A। ਸੋ ਆਇਡੈਂਟਿਟੀ ਕੀ ਬਣ ਗਈ ਇਹਦੀ 1 B/A 0 0। ਰਾਜੇ ਦੇਖੋ ਜਦੋਂ AB ਚੁਣੋਗੇ ਤਾਂ ਆਇਡੈਂਟਿਟੀ ਇਹ ਆ, ਤੇ ਜਦੋਂ ਬਦਲ ਦੋਗੇ ਇਹ ਪੁਆਇੰਟ ਫਿਰ ਆਇਡੈਂਟਿਟੀ ਵੀ ਬਦਲ ਜਾਂਦੀ ਹੈ ਨਾ। ਸੋ ਆਇਡੈਂਟਿਟੀ ਤਾਂ ਯੂਨੀਕ ਹੁੰਦੀ ਹੈ, ਬਦਲਦੀ ਥੋੜੀ ਹੁੰਦੀ ਹੈ। ਇਹਦਾ ਮਤਲਬ ਇਹ ਜਿਹੜੀ R2 ਹੈ ਨਾ ਬੁੱਕ 'ਚ ਦਿੱਤੀ ਹੋਈ, ਇਹ ਐਲੀਮੈਂਟ ਵਾਲੀ, ਇਹ ਵਾਲੀ ਕਿੱਧਰ ਗਈ, ਇਹਦੇ 'ਚ ਆਇਡੈਂਟਿਟੀ ਹੈ ਹੀ ਨਹੀਂ। ਹੁਣ ਦੇਖੋ ਕਿੱਡੀ ਵਧੀਆ ਗੱਲ, ਸਬਰਿੰਗ 'ਚ ਆਇਡੈਂਟਿਟੀ ਹੈਗੀ ਆ, ਜਿਹੜੀ ਉਹਦੀ ਰਿੰਗ ਹੈ ਉਹਦੇ 'ਚ ਆਇਡੈਂਟਿਟੀ ਨਹੀਂ ਹੈਗੀ। ਚਲੋ ਅੱਗੇ ਚਲੀਏ, ਆਹ ਹੈਗਾ ਪੇਜ ਜੈਕ, ਲਾਸਟ ਕੰਸੈਪਟ ਆ, ਘੰਟੇ ਦਾ ਲੈਕਚਰ ਬਣ ਗਿਆ ਅੱਜ ਵੀ। ਇਹ ਕਹਿੰਦੇ Z ਕ੍ਰੋਸ Z। ਸ਼ੁਕਰ ਆ ਮੈਂ ਤੁਹਾਨੂੰ ਇਹਦੇ ਬਾਰੇ ਪਹਿਲਾਂ ਹੀ ਦੱਸਿਆ ਹੋਇਆ ਵੀ ਕਿਹੋ ਜਿਹੇ ਐਲੀਮੈਂਟ ਹੁੰਦੇ ਆ ਇਹਦੇ 'ਚ, ਕੰਪੋਜੀਸ਼ਨ ਕਿਹੋ ਜਿਹੀ ਹੁੰਦੀ ਹੈ। A Z ਨੂੰ ਬਿਲੋਂਗ ਕਰੂਗਾ, B ਵੀ Z ਨੂੰ ਬਿਲੋਂਗ ਕਰੂਗਾ। ਕਹਿੰਦਾ ਇਹੋ ਜਿਹੀ ਸਬਰਿੰਗ ਇਹਦੀ ਲਓ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਨਾ, ਜੇ R1 ਤੇ R2 ਰਿੰਗ ਆ, S1 ਇਹਦੀ ਸਬਰਿੰਗ ਆ, S2 ਇਹਦੀ ਸਬਰਿੰਗ ਆ, ਤੇ S1 ਕ੍ਰੋਸ S2 ਕਿਹਦੀ ਸਬਰਿੰਗ ਹੋ ਜਾਂਦੀ ਆ, R1 ਕ੍ਰੋਸ R2 ਦੀ। ਹੁਣ ਦੇਖੋ Z ਦੀ ਸਬਰਿੰਗ ਆ, ਹਾਂ ਹੈਗੀ ਆ, ਤੇ 0 ਜਿਹੜੀ ਹੈ ਇਹਦੀ ਸਬਰਿੰਗ ਆ। ਆਪਾਂ ਸ਼ੁਰੂ 'ਚ ਡਿਸਕਸ ਕੀਤਾ ਸਬਰਿੰਗ ਵਾਲੇ ਕੰਸੈਪਟ 'ਚ ਕਿ 0 ਹੈ ਜਿਹੜੀ, ਜੇ ਇਹਦੀ ਆਇਡੈਂਟਿਟੀ ਐਡੀਟਿਵ ਆਇਡੈਂਟਿਟੀ ਤਾਂ ਸਿੰਗਲਟਨ ਸੈੱਟ 0 ਇਹਦੀ ਸਬਰਿੰਗ ਬਣਦਾ ਹੁੰਦਾ। ਠੀਕ ਆ, ਫਿਰ ਜਾਣੀ ਕਿ ਇਹ ਪੂਰੀ ਦੀ ਪੂਰੀ ਇਹਦੀ ਸਬਰਿੰਗ ਹੋਊਗੀ, ਚੈੱਕ ਕਰਨ ਦੀ ਵੀ ਨਹੀਂ ਲੋੜ। ਸੋ ਇਹਦਾ ਮਤਲਬ ਕੀ ਆ, ਇੱਥੇ ਐਲੀਮੈਂਟ ਕਿਹੜੇ ਹੋਣਗੇ, ਪਹਿਲਾ ਤਾਂ A ਹੋਊਗਾ, Z ਦਾ ਐਲੀਮੈਂਟ, ਦੂਜਾ 0, A Z ਨੂੰ ਬਿਲੋਂਗ ਕਰਦਾ, ਦੂਜਾ 0। ਇਹਦੀ ਆਇਡੈਂਟਿਟੀ ਲੱਭੋ ਤੇ ਇਹਦੀ ਲੱਭੋ। ਇਹਦੀ ਆਇਡੈਂਟਿਟੀ ਜੇ ਆਪਾਂ ਲੱਭੀਏ, ਪਹਿਲਾਂ ਤਾਂ A ਨੂੰ ਜੇ ਮੈਂ 1 0 ਨਾਲ ਪ੍ਰੋਡਕਟ ਕਰਾਂ, ਹੁਣ ਤੁਸੀਂ ਕਹੋਗੇ ਸਰ 1 0 ਨਾਲ ਹੀ ਕਿਉਂ 1 1 ਨਾ ਕਰ ਲਓ। ਮੈਂ ਤੁਹਾਨੂੰ ਪੁੱਛੂੰਗਾ 1 1 ਇਹਨੂੰ ਬਿਲੋਂਗ ਕਰਦਾ? ਇਹਦੇ 'ਚ ਐਲੀਮੈਂਟ ਐਸੇ ਆ ਜਿਹੜੇ 'ਚ ਦੂਜੀ ਪੁਆਇੰਟ ਆ ਜਿਹੜਾ 0 ਹੋਣਾ ਚਾਹੀਦਾ। 1 1 'ਚ ਦੂਜੇ ਪੁਆਇੰਟ ਤੇ 0 ਆ। ਸੋ 1 0 ਲਓ, ਕੀ ਆਊਗਾ, A 1 ਨਾਲ ਪ੍ਰੋਡਕਟ ਹੋ ਜੂਗੀ, 0 0 ਨਾ। ਦੇਖੋ ਆਨਸਰ ਸੇਮ ਆ ਗਿਆ। ਸੋ 1 0 ਆ ਜਿਹੜੀ, ਇੱਧਰ ਆਏ ਲਿਖ ਲਓ, 1 0 ਨੂੰ ਉੱਧਰਲੇ ਪਾਸੇ ਕਰ ਦਿਓ। ਹੁਣ 1 0 ਕੀ ਹੋ ਗਈ, ਆਈਡੈਂਟਿਟੀ ਆਫ Z0, ਸਬਰਿੰਗ ਦੀ ਆਇਡੈਂਟਿਟੀ। ਤੇ AB ਨਾਲ ਜੇ ਮੈਂ 1 0 ਨੂੰ ਪ੍ਰੋਡਕਟ ਕਰੂੰਗਾ, ਕੀ AB ਬਣਦਾ? ਇਹਨੂੰ ਇਹਦੇ ਨਾਲ ਪ੍ਰੋਡਕਟ ਕੀਤਾ, A ਬਣ ਗਿਆ। 0 ਨੂੰ B ਨਾਲ ਕੀਤਾ, 0 ਨਹੀਂ ਬਣਦਾ ਬਈ। ਇਹਦਾ ਮਤਲਬ 1 0 ਤਾਂ ਇਹਦੀ ਆਇਡੈਂਟਿਟੀ ਨਹੀਂ ਹੈ। ਇਹਦਾ ਮਤਲਬ 1 0 ਇਜ਼ ਨੋਟ ਆਇਡੈਂਟਿਟੀ ਆਫ Z ਕ੍ਰੋਸ Z। ਫਿਰ ਇਹਦੀ ਆਇਡੈਂਟਿਟੀ ਕਿਹੜੀ ਆ ਰਾਜੇ, ਉਹ ਹੈਗੀ ਆ 1 1। ਦੇਖੋ 1 ਨੂੰ ਪ੍ਰੋਡਕਟ ਕੀਤਾ, ਇਹਦੇ A ਨਾਲ ਕੀ ਆਊਗਾ, A.1, ਫਿਰ B ਦਾ 1 ਆ, B.1। ਸੋ ਇਹ ਕੀ ਰਹਿ ਗਿਆ, AB। ਸੋ ਸਿਮਿਲਰਲੀ ਇਹਨੂੰ ਉੱਧਰ ਲਿਖ ਦਿਓ 1.1, ਇੱਥੇ ਵੀ ਲਿਖ ਦਿਓ AB। ਸੋ ਇਹਦਾ ਮਤਲਬ 1 1 ਕੀ ਹੋ ਗਿਆ, ਇਜ਼ ਆਇਡੈਂਟਿਟੀ ਆਫ Z ਕ੍ਰੋਸ Z। ਦੇਖੋ ਜਿਹੜੀ ਰਿੰਗ ਸੀ ਉਹਦੀ ਆਇਡੈਂਟਿਟੀ 1 1, ਸਬ ਰਿੰਗ ਆ ਉਹਦੀ ਆਇਡੈਂਟਿਟੀ 1 0 ਆ। ਸੋ ਆਇਡੈਂਟਿਟੀ ਰਿੰਗ ਤੇ ਸਬ ਰਿੰਗ ਦੀ ਡਿਫਰੈਂਟ ਹੋਊਗੀ। ਇਹ ਯਾਦ ਰੱਖਿਓ। ਇੱਕ ਲਾਈਨ 'ਚ ਦੱਸ ਦੇਣਾ, ਇਨ ਰਿੰਗ ਥਿਊਰੀ, ਕਿਉਂਕਿ ਆਪਾਂ ਰਿੰਗ ਪੜ੍ਹ ਰਹੇ ਹਾਂ, ਪਹਿਲਾਂ ਆਪਾਂ ਗਰੁੱਪ ਪੜ੍ਹੀ ਸੀ, ਉਹ ਸੀ ਗਰੁੱਪ ਥਿਊਰੀ, ਇਹ ਹੈਗੀ ਰਿੰਗ ਥਿਊਰੀ। ਇਨ ਰਿੰਗ ਥਿਊਰੀ ਦੇਰ ਇਜ਼ ਨੋ ਰਿਲੇਸ਼ਨ ਬਿਟਵੀਨ ਆਈਡੈਂਟਿਟੀ, ਮਲਟੀਪਲੀਕੇਟਿਵ ਆਇਡੈਂਟਿਟੀ। ਠੀਕ ਆ, ਕੋਈ ਰਿਲੇਸ਼ਨ ਨਹੀਂ ਹੈ ਰਿੰਗ ਤੇ ਸਬ ਰਿੰਗ ਦਾ। ਸੋ ਇਹ ਚੀਜ਼ ਯਾਦ ਰੱਖੋ। ਤੇ ਇਹ ਪ੍ਰੂਵ ਵੀ ਕਰਨ ਨੂੰ ਆ ਸਕਦਾ, ਫਿਰ ਤੁਸੀਂ ਇਹ 4 ਐਗਜ਼ਾਮਪਲਾਂ ਦੇ ਦੋਗੇ। ਜੇ ਉਹਨੇ ਕਈ ਵਾਰੀ ਤੋਂ ਐਂ ਪੁੱਛਦਾ ਹੁੰਦਾ, ਗਿਵ ਐਨ ਐਗਜ਼ਾਮਪਲ ਆਫ, ਐਂ ਪੁੱਛਦਾ ਹੁੰਦਾ, ਗਿਵ ਐਨ ਐਗਜ਼ਾਮਪਲ ਆਫ ਰਿੰਗ ਐਂਡ ਸਬ ਰਿੰਗ ਦੈਟ ਹੈਵ ਸੇਮ ਆਇਡੈਂਟਿਟੀ। Give an example of that ring and subring, ring has an identity but subring has no identity. Give an example that ring and subring have different identity. Give an example of ring has no identity but subring has identity. तो एग्जाम्पल ਤੁਸੀਂ ਇਹ ਯਾਦ ਰੱਖਣੀਆਂ, ਬਸ ਇਹ ਯਾਦ ਰੱਖਿਓ। ਸੋ ਮੇਰੇ ਅਕੋਰਡਿੰਗ ਸਬਰਿੰਗ ਹੋ ਗਈ। ਤੁਹਾਡਾ ਜਿਹੜਾ ਚੌਥਾ ਕੁਐਸਚਨ ਹੁਣ 24 ਨੰਬਰ ਦਾ ਤੁਸੀਂ ਪੇਪਰ ਅਟੈਂਪਟ ਕਰ ਸਕਦੇ ਹੋ। ਆਈਡਲਸ ਕਰਨੇ ਕਰ ਲਿਓ, ਉਹ ਤੁਹਾਡੀ ਇੱਛਾ, ਥੋੜ੍ਹਾ ਜਿਹਾ ਡੀਪ ਜਾ ਕੇ ਪੜ੍ਹਨੇ ਪੈਣਗੇ।
ਡੈਫੀਨੇਸ਼ਨ YouTube ਤੋਂ ਵਾਧੂ ਪਿਆ ਮਟੀਰੀਅਲ, ਪੜ੍ਹ ਲਿਓ, ਤੁਹਾਡੀ ਇੱਛਾ। ਪਰ ਮੈਂ ਤੁਹਾਨੂੰ ਸੁਜੈਸਟ ਨਹੀਂ ਕਰੂੰਗਾ ਕਿਉਂਕਿ ਪੇਪਰ ਜਦੋਂ ਆ ਗਏ ਤਾਂ ਮੂਹਰੇ ਤੋਂ ਉੱਥੋਂ ਰਿਵੀਜ਼ਨ ਇੰਨੀ ਕੀਤੀ ਨਹੀਂ ਜਾਣੀ, ਅਤੇ ਉਹ ਜਿਹੜੀ ਮਿਹਨਤ ਤੁਹਾਡੀ ਹੋਣ ਵਾਲੀ ਆ ਉਹ ਵੀ ਬੇਕਾਰ ਹੀ ਜਾਣੀ ਹੈ। ਸੋ ਪਹਿਲਾਂ ਜਿਹੜੇ ਤੁਹਾਡੇ ਸੀਨੀਅਰ ਸੀ ਉਹਨਾਂ ਨੂੰ ਮੈਂ ਇੰਨਾ ਹੀ ਕਰਵਾਇਆ ਸੀ। ਹਾਂ ਕਈਆਂ ਨੇ 100% ਕਰ ਲਿਆ ਹੋਣਾ, ਆਈਡਲ ਵਗੈਰਾ ਕਰ ਲਏ ਹੋਣੇ ਆ, ਉਹਨਾਂ ਨੇ ਉਹ ਪੋਲੀਨੋਮੀਅਲ ਰਿੰਗ ਤੱਕ ਵੀ ਕਰ ਲਿਆ ਹੋਣਾ, ਠੀਕ ਆ, ਉਹਨਾਂ ਦੀ ਮਰਜ਼ੀ ਆ, ਤੁਹਾਡੀ ਹਿੰਮਤ ਆ, ਤੁਸੀਂ ਕਰਨਾ ਤੁਸੀਂ ਕਰ ਲਓ, ਮੇਰੇ ਅਕੋਰਡਿੰਗ ਇੰਨਾ ਕੀ ਆ। ਓਕੇ ਚਲੋ।